चिंता ताकी कीजिए, चिंता ताकी कीजिए, चिंता ताकी कीजिए। जो अनहोनी हो, जो अनहोनी हो, चिंता ताकी कीजिए, चिंता ताकी कीजिए। हे मार्ग संसार को, हे मार्ग संसार को, नानक थिर नहीं को, नानक थिर नहीं को। चिंता ताकी कीजिए, चिंता ताकी सिर कंप्यो पग डगमगे, नैन जोत तेही, नैन जोत तेही। कहो नानक ए बिग भई, कहो नानक हे कहू नाहर रस लीन, कहू नाहर रस लीन। निज कर देखो जगत में, निज कर देखो जगत में, को काहूँ को नानक थिर हर भगत है, नानक थिर हर भगत। तेरा को मन माए, तेरा को मन माए। जग रचना सब झूठ है, जग रचना सब झूठ है। जान ले ओ रे नीत, जान ले ओ रे नीत। कह नानक थिर ना रह, कह नानक थिर ना रह। जो बालू की पीत, जो बालू की पीत। राम गयो रावण गयो, राम गयो रावण गयो। जाको गो परिवार, जाको गो परिवार। कहो नानक थिर कछ नहीं, कहो नानक थिर कछ नहीं। सुख ने जो संसार, सुख ने जो संसार। चिंता ताकी कीजिए, चिंता ताकी कीजिए। जो अनहोनी हो, अनहोनी हो। हे मार्ग संसार को, हे मार्ग संसार को। नानक थिर नहीं को,
जो सो बिनस है, जो सो बिनस है, परो आज के काल, परो आज के काल, नानक हर गुण गाए ले, नानक हर गुण गाए, छाड़ सगल जंजाल, छाड़ सगल जंजाल, चिंता ताकी कीजिए, चिंता ताकी कीजिए, जो अनहोनी होए, जो अनहोनी हो, ये मार्ग संसार को, ये मार्ग संसार को, नानक थिर नहीं कोय, नानक थिर नहीं कोय, नानक थिर नहीं कोय, नानक थिर नहीं कोय, को नानक थिर कछ नहीं, को नानक थिर कछ नहीं, सुपने जो संसार, सुपने जो संसार, कह नानक थिर ना रहे, कह नानक थिर ना रहे, ज्यों बालू की पीत, जो बालू की पीत, सुपने जो संसार, सुपने जो संसार, नानक थिर नहीं कोय, नानक थिर नहीं कोय, नानक थिर नहीं कोय, नानक थिर नहीं कोय, नानक थिर हर भगत है, 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 नानक थिर हर, नानक थिर हर, नानक थिर हर भगत है, नानक थिर हर भगत है, तेरा को मन माए, तेरा को मन माए, चिंता ताकी कीजिए, चिंता ताकी कीजिए, जो अनहोनी होए, जो अनहोनी होए, चिंता ताकी कीजिए, चिंता ताकी, चिंता ताकी, चिंता ताकी कीजिए। प्यारी साध संगत जी, साडा सारा महला 9वां दा जिहड़ा श्लोक दा टॉपिक लड़ीवार चल रहा है, इस प्रकरण च बार बार सानू पढ़न नू, सुनन नू, समझन नू अते विचारन नू मिल रहा है। गुरु पातशाह एक पॉइंट ते एम्फसाइज कर रहे हैं, वो पॉइंट है कि मनुख रब्बी गुण नहीं जींदा,
ਰੱਬ ਜੀ ਨੂੰ ਨੇੜੇ ਨਹੀਂ ਸਮਝਦਾ, ਇਸ ਕਰਕੇ ਮਨੁੱਖ ਹੰਕਾਰੀ ਹੋ ਜਾਂਦਾ ਹੈ। ਹੰਕਾਰ ਦੇ ਬੰਧਨ ਜਦੋਂ ਇਹਨੂੰ ਪੈ ਜਾਂਦੇ ਨੇ, ਹਉਮੈ, ਈਗੋਇਸਟਿਕ, ਗਾਰਬ ਅਟਿਆ, ਇਹ ਸਾਰੇ ਕਿਸਮ ਦੀਆਂ ਲਫ਼ਜ਼ਾਂ ਦਾ ਜਿਤਨੇ ਵੀ ਕਿਸਮ ਦੇ ਇਹਨਾਂ ਦੇ ਪਿੱਛੇ ਜੋ ਕੈਮਿਸਟਰੀ ਹੈ ਉਹ ਇਹੀ ਹੋਇਆ ਕਿ ਮਨੁੱਖ ਆਪਣੀ ਹੋਂਦ ਨੂੰ ਜ਼ਿਆਦਾ ਸਮਝ ਲੈਂਦਾ ਅਤੇ ਰੱਬੀ ਹੋਂਦ, ਰੱਬੀ ਨਿਯਮ, ਰੱਬੀ ਸਿਸਟਮ, ਰੱਬੀ ਭਾਣੇ ਨੂੰ ਕੁਛ ਨਹੀਂ ਮੰਨਦਾ, ਆਪਣੇ ਆਪ ਨੂੰ ਕਰਤਾ ਸਮਝ ਲੈਂਦਾ ਹੈ। ਔਰ ਜਿਉਂ ਹੀ ਅਹੰਕਾਰ ਦੂਲਾ ਬਰਾਤ ਲੈ ਕੇ ਦੇ ਘਰ ਆਉਂਦਾ ਹੈ, ਹਿਰਦੇ ਰੂਪੀ ਘਰ ਵਿੱਚ, ਤਾਂ ਉਹਦੇ ਨਾਲ ਕਾਮ, ਕ੍ਰੋਧ, ਲੋਭ, ਮੋਹ ਅਤੇ ਆਸ਼ਾ, ਤ੍ਰਿਸ਼ਨਾ, ਇਸ ਤਰੀਕੇ ਦੇ ਨਾਲ ਬੜੇ ਸਾਰੇ ਵਿਕਾਰ ਬਰਾਤੀ ਉਹਦੇ ਨਾਲ ਇਹਦੇ ਘਰ ਆ ਜਾਂਦੇ ਨੇ। ਤੇ ਬਰਾਤੀ ਇੱਕ ਗੱਲ ਯਾਦ ਰੱਖਣੀ ਹੈ, ਭੈੜੇ ਨਹੀਂ ਹੁੰਦੇ ਨੇ। ਕਾਮ, ਕ੍ਰੋਧ, ਲੋਭ, ਅਹੰਕਾਰ ਭੈੜੇ ਨਹੀਂ ਹਨ। ਰੱਬ ਜੀ ਨੇ ਸਾਡੇ ਵਿੱਚ ਬਣਾਏ ਨੇ, ਉਹਨਾਂ ਦਾ ਕੋਈ ਮਕਸਦ ਹੈ, ਹਰ ਕਿਸੇ ਦੀ ਬਾਡੀ ਵਿੱਚ ਹਨ। ਜਿਸ ਦੇ ਵਿੱਚ ਕਾਮ ਨਾ ਹੋਵੇ ਉਸ ਨੂੰ ਇੰਪੋਰਟੈਂਟ ਕਹਿ ਦਿੰਦੇ ਨੇ, ਜਿਸ ਦੇ ਵਿੱਚ ਕ੍ਰੋਧ ਨਾ ਹੋਵੇ ਉਹ ਵੀਰ ਰਸ ਪ੍ਰਾਪਤ ਨਹੀਂ ਕਰ ਸਕਦਾ, ਜਿਹਦੇ ਵਿੱਚ ਲੋਭ ਮੋਹ ਨਾ ਹੋਵੇ ਉਹ ਆਪਣੇ ਬੱਚੇ ਨਾਲ ਪਿਆਰ ਨਹੀਂ ਕਰ ਸਕਦਾ, ਇਸ ਸੰਸਾਰ ਵਿੱਚ ਪਿਆਰ ਨਹੀਂ ਕਰ ਸਕਦਾ। ਇਸ ਤਰੀਕੇ ਨਾਲ ਜਿਹਦੇ ਵਿੱਚ ਹੰਕਾਰ ਨੂੰ ਠੀਕ ਤਰੀਕੇ ਨਾਲ ਟਰਾਂਸਫਾਰਮ ਨਾ ਕੀਤਾ ਜਾਏ, ਉਹ ਆਪਣੇ ਹੰਕਾਰ ਨੂੰ ਸੈਲਫ ਐਸਟੀਮ ਬਣਾ ਕੇ, ਅਣਖ ਬਣਾ ਕੇ ਸਿੱਧੇ ਰਾਹ ਨਹੀਂ ਪੈ ਸਕਦਾ। ਇਸ ਕਰਕੇ ਗੁਰੂ ਪਾਤਸ਼ਾਹ ਨੇ ਸਾਰੇ ਦੇ ਸਾਰੇ ਸਾਡੇ ਅੰਦਰ ਵੈਪਨ ਦਿੱਤੇ ਹਨ, ਮਨੁੱਖ ਨੇ ਇਹਨਾਂ ਨੂੰ ਢੰਗ ਨਾਲ ਵਰਤਣਾ ਹੈ, ਵਿਦ ਵਿਜ਼ਡਮ, ਵਿਦ ਨੌਲੇਜ। ਜੇ ਕੋਲ ਹਥਿਆਰ ਹੋਵੇ ਔਰ ਵਰਤਣਾ ਨਾ ਆਉਂਦਾ ਹੋਵੇ ਤਾਂ ਉਸ ਹਥਿਆਰ ਦਾ ਨੁਕਸਾਨ ਇਹ ਹੋ ਜਾਂਦਾ ਹੈ ਕਿ ਕਈ ਵਾਰੀ ਹਥਿਆਰ ਗਲਤੀ ਨਾਲ ਆਪਣੇ ਆਪ ਨੂੰ ਵੱਜ ਜਾਂਦਾ ਹੈ। ਹਥਿਆਰ ਦੀ ਸਮਝ ਨਾ ਹੋਵੇ ਤਾਂ ਕਈ ਵਾਰੀ ਹਥਿਆਰ ਦੁਸ਼ਮਣ ਸਾਡੇ ਤੋਂ ਨਿਰਬਲ ਹੋਵੇ ਲੇਕਿਨ ਸਾਨੂੰ ਸਮਝ ਨਹੀਂ ਹੈ, ਇਸ ਕਰਕੇ ਹਥਿਆਰ ਨਾਲ ਸਾਨੂੰ ਮਾਰ ਦਿੰਦਾ ਹੈ। ਇਹਦਾ ਮਤਲਬ ਹਥਿਆਰ ਕੋਲ ਹੋਵੇ ਤਾਂ ਉਹਦੀ ਨੌਲੇਜ ਹੋਣੀ ਚਾਹੀਦੀ ਹੈ। ਨੌਲੇਜ ਨਾ ਹੋਵੇ, ਇਟ ਕੈਨ ਬੀ ਹਾਰਮਫੁਲ ਟੂ ਦ ਕੀਪਰ ਹੂ ਇਜ਼ ਕੀਪਿੰਗ ਇਟ। ਸਾਡੇ ਕੋਲ ਹਥਿਆਰ 5 ਹਨ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ। ਅਤੇ ਬਰਾਤੀ ਮੈਂ ਕਿਹਾ ਸੀ ਭੈੜੇ ਨਹੀਂ ਹੁੰਦੇ ਹਨ, ਸਿਰਫ ਬਰਾਤੀਆਂ ਦੀ ਜਦੋਂ ਇੰਟੈਂਸ਼ਨ ਭੈੜੀ ਹੋ ਜਾਏ, ਸਾਨੂੰ ਦਾਜ ਜ਼ਿਆਦਾ ਦਿਓ, ਸਾਨੂੰ ਤਿੱਤਰ ਬਟੇਰ ਨਾਲ ਰੋਟੀ ਖਵਾਓ, ਸਾਡੀ ਰੋਟੀ ਰਾਤ ਦੀ ਹੋਣੀ ਚਾਹੀਦੀ ਹੈ, ਸਾਡੇ ਇੰਨੇ ਹਜ਼ਾਰ ਬੰਦੇ ਆਉਣਗੇ, ਸਾਨੂੰ ਇੰਨੇ ਲੱਖ ਦਿਓ। ਜਦੋਂ ਸ਼ਰਮ ਧਰਮ ਦੋਏ ਛੱਪ ਖਲੋਏ ਨਾ, ਕੂੜ ਫਿਰਿਆ ਪ੍ਰਧਾਨ ਵੇ ਲਾ ਲਓ, ਉਹਨੂੰ ਪਾਪ ਕੀ ਜੰਜ ਕਹਿੰਦੇ ਨੇ। ਇਹ ਬਾਬਰ ਦੇ ਵੇਲੇ ਦੀ ਨਹੀਂ ਹੈ, ਕਦੀ ਉਸ ਸ਼ਬਦ ਨੂੰ ਠੀਕ ਤਰੀਕੇ ਨਾਲ ਸਮਝਾਂਗੇ। ਪਾਪ ਦੀ ਜੰਜ ਕੀ ਹੈ? ਪਾਪ ਦੀ ਜੰਜ ਸਾਡੇ ਜਿਹੜੇ ਵਿਕਾਰ ਨੇ, ਜੇ ਕਾਬੂ ਵਿੱਚ ਨਹੀਂ ਰਹਿੰਦੇ ਨੇ ਤਾਂ ਇਹ ਪਾਪ ਦੀ ਜੰਜ ਲੈ ਆਉਂਦੇ ਨੇ, ਸਾਡੇ ਵਿੱਚੋਂ ਸ਼ਰਮ ਧਰਮ ਨੂੰ ਗਾਇਬ ਕਰ ਦਿੰਦੇ ਨੇ। ਸ਼ਰਮ ਧਰਮ ਦੋਏ ਛੱਪ ਖਲੋਏ, ਕੂੜ ਫਿਰੈ। ਉਸ ਵੇਲੇ ਤੁਸੀਂ ਦੇਖਣਾ ਜਿਸ ਤਰ੍ਹਾਂ ਬਰਾਤੀ ਚਾਰੇ ਕੁੜੀ ਵਾਲੇ ਦਬ ਦਬ ਕੇ ਡਰ ਰਹੇ ਹੁੰਦੇ ਨੇ ਕਿ ਸਾਡੀ ਇੱਜ਼ਤ ਰਹਿ ਜਾਏ। ਸੋ ਸਾਡੇ ਅੰਦਰ ਇਹ ਬਰਾਤੀ ਤੇ ਹਨ, ਪਰ ਮਸਤੇ ਹੋਏ ਨੇ, ਹੰਕਾਰੇ ਹੋਏ ਨੇ। ਇਹਨਾਂ ਬਰਾਤੀਆਂ ਨੂੰ ਨਿਯੰਤਰਿਤ ਕਰਨਾ ਹੈ। ਇਹਨਾਂ ਨਾਲ ਪਹਿਲਾਂ ਗੱਲਬਾਤ ਕਰ ਲੈਣੀ ਹੈ, ਇਹਨਾਂ ਨਾਲ ਗੁਰੂ ਦੀ ਗੱਲ ਸੁਣਾ ਲੈਣੀ ਹੈ ਤਾਂ ਕਿ ਇਹ ਕਾਬੂ ਆ ਜਾਣ। ਤਾਂ ਹੀ ਕਹਿੰਦੇ ਨਾ ਗੁਰੂ ਸਾਹਿਬ, ਕਬੀਰ ਜਾਂ ਦਿਨ ਹਉਮੂਆ ਪਾਛੈ ਪਿਆ ਆਨੰਦ। ਜਦੋਂ ਮੈਂ ਬਰਾਤੀਆਂ ਨੂੰ ਮਨਾ ਲਿਆ, ਮੇਰੇ 'ਚੋਂ ਹਉਮ ਉੜ ਗਈ, ਪਾਛੇ ਪਿਆ ਆਨੰਦ। ਫਿਰ ਆਰਾਮ ਨਾਲ ਆਨੰਦ ਕਾਰਜ ਹੋ ਗਿਆ, ਫਿਰ ਆਰਾਮ ਨਾਲ ਵਿਆਹ ਹੋ ਗਿਆ, ਫਿਰ ਬਰਾਤੀਆਂ ਨੇ ਕੋਈ ਤੰਗ ਨਹੀਂ ਕੀਤਾ, ਫਿਰ ਬੜੇ ਪਿਆਰ ਨਾਲ ਪੂਰੀ ਬਰਾਤ, ਲਾਵਾਂ, ਡੋਲੀ ਸਭ ਕੁਝ ਹੋ ਗਿਆ, ਪਿਆਰ ਨਾਲ ਵਧਾਈ ਹੋ ਗਿਆ। ਜਾਂ ਦਿਨ ਹੋਮੂਆ ਪਾਛੈ ਪਿਆ ਆਨੰਦ, ਮੋਏ ਮਿਲਿਓ ਪ੍ਰਭ ਆਪਣਾ। ਇਹ ਮੇਰੇ ਸਾਰੇ ਸਰੀਰ ਦੇ ਸੰਗੀ ਜਿਹੜੇ ਨੇ, ਮੇਰੇ ਇੰਦਰੇ ਗਿਆਨ ਇੰਦਰੇ, ਮੇਰੇ ਸਾਰੇ ਸਰੀਰ ਦੇ ਬਾਡੀ ਪਾਰਟਸ, ਮੇਰੇ ਹਿਡਨ ਪਾਰਟਸ, ਮੇਰੀ ਅਕਲ, ਮੇਰੀ ਮਤ, ਮੇਰੀ ਸੁਰਤ, ਮੇਰੀ ਬੁੱਧ, ਸਭ ਕੁਛ ਇਹਨਾਂ ਬਾਰੇ ਕਹਿੰਦੇ ਨੇ ਸੰਗੀ। ਇਹਨਾਂ ਨੂੰ ਸੰਗੀ ਕਹਿੰਦੇ ਨੇ। ਜਾਂ ਦਿਨ ਹੋਮੂਆ ਪਾਛੈ ਪਿਆ ਆਨੰਦ, ਮੋਏ ਮਿਲਿਓ ਪ੍ਰਭ ਆਪਣਾ। ਕੀ ਹੋਇਆ? ਸੰਗੀ ਭਜੈ ਗੋਬਿੰਦ। ਮੇਰੇ ਜਿਹੜੇ ਸੰਗੀ ਸਾਥੀ ਨੇ, ਜਿਹੜੇ ਮੈਨੂੰ ਬਾਡੀ ਪਾਰਟਸ ਮਿਲੇ ਨੇ, ਔਰ ਇਹਨਾਂ ਵਿੱਚ ਜਿਹੜੇ ਕਾਮ, ਕ੍ਰੋਧ, ਲੋਭ, ਅਹੰਕਾਰ ਮਿਲੇ ਨੇ, ਉਹ ਮੇਰੇ ਨਾਲ ਰਲ ਕੇ ਰੱਬ ਜੀ ਦਾ ਨਾਂ ਲੈਂਦੇ ਨੇ, ਰੱਬੀ ਗੁਣ ਗਾਉਂਦੇ ਨੇ, ਸਿੱਧੇ ਪਾਸੇ ਰਹਿੰਦੇ ਨੇ। ਕਿਉਂਕਿ ਮੈਂ ਇਹਨਾਂ ਨੂੰ ਸਮਝਾ ਲਿਆ, ਜੇ ਤੁਸੀਂ ਆਕੜੋਗੇ ਹਿਚ ਹੈ ਤਾਂ ਪ੍ਰੇਮ ਕੇ ਚਾਬੁਕ ਮਾरूं, ਤੁਹਾਨੂੰ ਮੈਂ ਪਿਆਰ ਨਾਲ ਚਾਬੁਕ ਮਾਰਾਂਗਾ। ਚੱਲ ਰੇ ਬੈਕੁੰਠ ਤੁਝੇ ਲੈ ਤਾਰੋਂ, ਸਗਲ ਤਜੀਨ ਗਗਨ ਦੋਰਾਵੋਂ। ਜਿਸ ਤਰ੍ਹਾਂ ਘੋੜਸਵਾਰੀ ਕਰਦਾ ਨਾ ਘੁੜਸਵਾਰ, ਤਾਂ ਉਹ ਉਹਦੀਆਂ ਵਾਗਾਂ ਪਕੜ ਕੇ ਰੱਖਦਾ ਹੈ, ਘੋੜਾ ਅੜੀ ਕਰੇ ਤਾਂ ਉਹਨੂੰ ਚਾਬੁਕ ਮਾਰਦਾ ਹੈ। ਉਹ ਵਾਲਾ ਸੀਨ ਕਬੀਰ ਸਾਹਿਬ ਬਣਾ ਰਹੇ ਨੇ। ਕਹਿਤ ਕਬੀਰ ਭਲੇ ਸਵਾਰਾ, ਬੇਦ ਕਤੇਬ ਤੇ ਰਹਿ ਨਿਰਾਰਾ,
ਜਿਹੜਾ ਸੱਚ ਨੂੰ ਸਮਝਣ ਦਾ ਯਤਨ ਕਰਦਾ ਹੈ ਤੇ ਆਪਣੇ ਅੰਤਰ ਆਤਮੇ ਨੂੰ ਗਿਆਨ ਗੁਰੂ ਦੀ ਲਗਾਮ ਪਾ ਕੇ ਉਸ ਨੂੰ ਕਾਬੂ ਰੱਖਦਾ ਹੈ। ਘੋੜਾ ਅੜੀ ਨਹੀਂ ਕਰਦਾ। ਹੁਣ ਜਿਹੜਾ ਘੋੜਾ ਸਵਾਰ ਨੂੰ ਬੈਕੁੰਠ ਹੀ ਲੈ ਗਿਆ ਮਨ ਕਰਕੇ, ਤੁਸੀਂ ਜਿਹੜੀਆਂ ਸਾਡੀਆਂ ਬਾਹਰ ਪੁਸਤਕਾਂ ਪਈਆਂ ਜੀਵਨ ਜਾਚ ਦਾ ਖਜ਼ਾਨਾ ਵੋਲਿਊਮ 1 ਅਤੇ ਹੋਰ ਵੀ ਜਿਹੜੀਆਂ ਪੁਸਤਕਾਂ ਜਿਨ੍ਹਾਂ ਵਿੱਚ ਅਸੀਂ ਟੇਪਾਂ ਦੇ ਅਰਥ ਕੀਤੇ ਹੋਏ ਨੇ, ਉਹਨਾਂ ਵਿੱਚ ਪੜ੍ਹਨ ਦੀ ਕੋਸ਼ਿਸ਼ ਕਰਨਾ ਕਿ ਅੱਜ ਤੱਕ ਇਹ ਸਮਝਾਇਆ ਜਾਂਦਾ ਸੀ ਕਿ ਲੋਕ ਇੱਥੇ ਹੈ, ਪਰਲੋਕ ਮਰਨ ਤੋਂ ਬਾਅਦ ਹੈ। ਇਹ ਲੋਕ ਹੈ, ਮਰਨ ਤੋਂ ਬਾਅਦ ਅਸਮਾਨ ਉੱਤੇ ਕਿੱਥੇ ਕੋਈ ਬੈਕੁੰਠ ਹੈ। ਇਹ ਲੋਕ ਹੈ, ਮਰਨ ਤੋਂ ਬਾਅਦ ਅਸਮਾਨ 'ਤੇ ਕਿੱਥੇ ਕੋਈ ਸਵਰਗ ਹੈ, ਕੋਈ ਜੰਨਤ ਹੈ, ਕੋਈ ਦੋਜ਼ਖ ਹੈ, ਕੋਈ ਨਰਕ ਹੈ। ਔਰ ਰੀਸੈਂਟਲੀ ਮੈਂ ਨਿਊਯਾਰਕ ਸੁਣ ਰਿਹਾ ਸੀ, ਆਲ ਓਵਰ ਅਮਰੀਕਾ ਵਿੱਚ TV ਚੈਨਲ ਉੱਤੇ ਉਹਨਾਂ ਨੇ ਵੱਖਰੇ ਵੱਖਰੇ ਧਰਮਾਂ ਦੇ ਨਾਲ ਬੈਠ ਕੇ ਕਿਸੇ ਐਂਕਰ ਨੇ ਇੰਗਲਿਸ਼ ਚੈਨਲ 'ਤੇ ਉਹਨਾਂ ਨਾਲ ਡਿਸਕਸ ਕੀਤਾ ਵੀ ਵਾਟ ਡੂ ਯੂ ਬਿਲੀਵ ਆਫਟਰ ਡੈਥ। ਅਤੇ ਸਾਰੇ ਧਰਮ ਆਪਣਾ ਆਪਣਾ ਲੈ ਕੇ ਬੈਠੇ ਹੋਏ ਸਨ, ਦੱਸ ਰਹੇ ਸਨ ਮਰਨ ਤੋਂ ਬਾਅਦ ਉੱਥੇ ਕਿੱਥੇ ਸਵਰਗ ਹੈ, ਕਿੱਥੇ ਨਰਕ ਹੈ, ਕਿੱਥੇ ਜੰਨਤ ਹੈ, ਕਿੱਥੇ ਦੋਜ਼ਖ ਹੈ, ਕਿੱਥੇ ਜੰਮ ਆਏਗਾ, ਕਿੱਥੇ ਅਜ਼ਰਾਈਲ ਫਰਿਸ਼ਤਾ ਆਏਗਾ, ਕਿੱਥੇ ਗॉड्स ਮੈਸੇਂਜਰ ਆ ਜਾਣਗੇ, ਕਿੱਥੇ ਇਹ ਹੋ ਜਾਏਗਾ, ਕਿੱਥੇ ਉਹ ਹੋ ਜਾਏਗਾ। ਅਤੇ ਸਾਰੀ ਗੱਲ ਵਿੱਚ ਬਾਰ ਉਹ ਕਹਿ ਰਹੇ ਸਨ ਦੈਟ ਮੀਨਸ ਕਿ ਇੱਥੇ ਸਭ ਕੁਛ ਛੱਡ ਦਿਓ, ਅੱਗੇ ਹੂਰਾਂ ਅਤੇ ਸ਼ਰਾਬ ਮਿਲੇਗੀ। ਸੋ ਇਹ ਬੜੀ ਭਾਰੀ ਸਾਰੀ ਦੁਨੀਆ ਵਿੱਚ ਬਹਿਸ ਚੱਲ ਰਹੀ ਹੈ ਅਤੇ ਸਾਰੇ ਧਾਰਮਿਕ ਦੁਨੀਆ ਵਿੱਚ ਇਹ ਸਮਝਿਆ ਜਾਂਦਾ ਮਰਨ ਤੋਂ ਬਾਅਦ ਕੁਛ ਹੈ। ਇਹ ਬਾਰ ਗੱਲ ਨੂੰ ਅਸੀਂ ਸਮਝਣਾ ਕਿ ਹੁਣੇ ਜੀਂਦੇ ਜੀ ਜੋ ਕੁਛ ਹੈ ਇਹਨੂੰ ਫਿਕਸ ਕਰ ਲਈਏ। ਕਈ ਲੋਕੀ ਮੈਨੂੰ ਕਹਿੰਦੇ ਨੇ ਵੀਰ ਜੀ ਤੁਸੀਂ ਅਗਲਾ ਪਿਛਲਾ ਜਨਮ, ਮਰਨ ਤੋਂ ਬਾਅਦ ਧਰਮਰਾਜ ਨਹੀਂ ਮੰਨਦੇ, ਚਿੱਤਰਗੁਪਤ ਨਹੀਂ ਮੰਨਦੇ, ਜਮ ਨਹੀਂ ਮੰਨਦੇ, ਨਰਕ ਨਹੀਂ ਮੰਨਦੇ, ਫਿਰ ਮਨੁੱਖ ਨੂੰ ਸਜ਼ਾ ਕਿਵੇਂ ਹੋਏਗੀ? ਵੀ ਸਜ਼ਾ ਮਨੁੱਖ ਨੂੰ ਅੱਜ ਹੁਣੇ ਇੱਥੇ ਕਿਸ ਤਰ੍ਹਾਂ ਹੈ? ਇਹ ਜਿਹੜਾ ਧਰਮ ਦਾ ਹੈ ਨਾ, ਇਮੀਡੀਏਟਲੀ ਜਿਹੜਾ ਨਿਬੇੜਾ ਹੁੰਦਾ ਹੈ, ਖੇਤ ਹੀ ਕਰੋ ਨਿਬੇੜਾ, ਜਿਹੜਾ ਇਮੀਡੀਏਟਲੀ ਔਨ ਦੀ ਸਪੌਟ ਹੋ ਜਾਂਦਾ ਹੈ। ਭੈੜਾ ਸੋਚਿਆ ਗਏ। ਇਹ ਜਿਹੜੀ ਸਾਡੇ ਅੰਦਰ ਬਾਇਓਕੈਮੀਕਲ ਐਕਸ਼ਨਸ ਹੁੰਦੇ ਨੇ ਨਾ, ਮਾੜੀ ਸੋਚਣੀ ਦੇ। ਤੁਸੀਂ ਕਦੀ ਸੋਚੋ ਕਿ ਜਦੋਂ ਅਸੀਂ ਕ੍ਰੋਧ ਕਰਦੇ ਹਾਂ, ਸਾਡਾ ਐਡਰੀਨਲ ਲੈਵਲ ਜਿਹੜਾ ਸਾਡੇ ਅੰਦਰ ਕੈਮੀਕਲ ਹੈ ਉਹ ਅਪ ਹੋ ਜਾਂਦਾ ਹੈ, ਤਾਂ ਡਾਕਟਰ ਸਾਨੂੰ ਕਹਿੰਦਾ ਤੁਹਾਡਾ ਬਲੱਡ ਪ੍ਰੈਸ਼ਰ ਹਾਈ ਹੈ। ਹੁਣ ਕੋਈ ਪੁੱਛੇ, ਮੈਂ ਤਾਂ ਕਿਸੇ ਨਾਲ ਕੁਝ ਕੀਤਾ ਹੀ ਨਹੀਂ, ਪਰ ਤੈਨੂੰ ਨਹੀਂ ਪਤਾ, ਤੂੰ ਕ੍ਰੋਧ ਨਾਲ ਕਚੀਚੀਆਂ ਵੱਟੀਆਂ, ਤੂੰ ਕ੍ਰੋਧ ਨਾਲ ਕਿਸੇ ਨੂੰ ਬੁਰਾ ਭਲਾ ਕਿਹਾ, ਤੂੰ ਕ੍ਰੋਧ ਵਾਲਾ ਐਕਸ਼ਨ ਕੀ ਕੀਤਾ, ਤੂੰ ਕ੍ਰੋਧ ਸੋਚਿਆ ਕੀ ਕਿ ਤੇਰੇ ਅੰਦਰ ਬਲੱਡ ਉਬਲ ਗਿਆ। ਤੈਨੂੰ ਇਹ ਬਾਇਓਕੈਮੀਕਲ ਐਕਸ਼ਨ ਨਹੀਂ ਪਤਾ। ਯੂ ਹੈਵ ਟੂ ਅੰਡਰਸਟੈਂਡ ਦਿਸ। ਧਰਮ ਇਹ ਸਿਖਾਉਂਦਾ ਹੈ ਔਰ ਇਸ ਬਾਰੇ ਗੁਰੂ ਪਾਤਸ਼ਾਹ ਸਾਨੂੰ ਸੁਚੇਤ ਕਰ ਰਹੇ ਨੇ। ਸੋ ਸਾਰੇ ਮਹਿਲੇ 9ਵੇਂ ਦੇ ਸ਼ਲੋਕ ਵਿੱਚ ਸਾਨੂੰ ਸਮਝਾਇਆ ਕਿ ਤੇਰਾ ਦੂਲਾ ਬਰਾਤੀ ਜਿਹੜਾ ਸਭ ਤੋਂ ਸਖਤ ਤੰਗ ਕਰਨ ਵਾਲਾ ਹੈ, ਪੂਰੀ ਬਰਾਤ ਸਮੇਤ, ਉਹ ਪਾਪ ਕੀ ਜੰਜ, ਉਹ ਹੈ ਕਾਮ ਕ੍ਰੋਧ ਅਹੰਕਾਰ, ਜਿਨ੍ਹਾਂ 'ਚੋਂ ਹੰਕਾਰ ਦੂਲਾ ਹੈ। ਇਹ ਸਾਰੇ ਆ ਜਾਂਦੇ ਨੇ। ਤਾਂ ਇਸ ਦੇ ਬਾਰੇ ਸਾਰੇ ਕਹੀ ਜਾਂਦੇ ਨੇ, ਫਲਾਣਾ ਬੜਾ ਹੰਕਾਰਿਆ ਹੋਇਆ ਹੈ, ਫਲਾਣਾ ਬੜਾ ਈਗੋਇਸਟਿਕ ਹੈ, ਪਰ ਪਤਾ ਹੀ ਨਹੀਂ ਲੱਗਦਾ ਸਾਨੂੰ ਖੁਦ ਕਿ ਮੈਂ ਵੀ ਈਗੋਇਸਟਿਕ ਔਰ ਹਉਮੈ ਹੰਕਾਰ ਦਾ ਮਾਰਿਆ ਹੋਇਆ। ਹਰ ਮਨੁੱਖ ਦੇ ਅੰਦਰ ਇਹ ਹੈ, ਇਹਨੂੰ ਕਾਬੂ ਕਿਵੇਂ ਕਰਨਾ ਹੈ। ਸੋ ਸਾਰੇ ਸ਼ਲੋਕ ਮਹਿਲੇ 9ਵੇਂ 'ਚ ਗੁਰੂ ਪਾਤਸ਼ਾਹ ਨੇ ਕਾਬੂ ਕਰਨਾ ਸਿਖਾਇਆ ਹੈ। ਜੇ ਕਾਬੂ ਨਹੀਂ ਕਰਦੇ ਹਾਂ ਤੇ ਬੰਧਨ ਕਿਵੇਂ ਪੈਂਦੇ ਨੇ? ਬੰਧਨ ਬਲਾਈਂਡ ਅਟੈਚਮੈਂਟਸ ਦੇ, ਮੋਹ ਮਮਤਾ ਦੇ ਬੰਧਨ ਪੈਂਦੇ ਨੇ, ਹਉਮੈ ਹੰਕਾਰ ਦੇ ਬੰਧਨ ਪੈਂਦੇ ਨੇ, ਜੰਮ ਫੰਦ ਦੇ ਬੰਧਨ ਪੈਂਦੇ ਨੇ, ਜੰਮ ਮਾਰਗ ਦੇ, ਜੰਮ ਪਰੈ ਨ ਜੰਮ ਕੀ ਧਾਮ ਵਾਲੇ ਬੰਧਨ ਪੈ ਜਾਂਦੇ ਨੇ। ਇਹ ਬੰਧਨਾਂ ਤੋਂ ਛੁਟਕਾਰਾ ਪਾਉਣਾ ਹੈ ਜੀਂਦੇ ਜੀ, ਸਾਲਵੇਸ਼ਨ ਵਾਈਲ ਲਿਵਿੰਗ। ਤਾਂ ਜਿਹੜੇ ਬੰਦੇ ਮੈਨੂੰ ਕਹਿੰਦੇ ਨੇ ਵੀਰ ਜੀ ਤੁਸੀਂ ਮਰਨ ਤੋਂ ਬਾਅਦ ਵਾਲਾ ਨਹੀਂ ਮੰਨਦੇ, ਮੈਂ ਉਹਨਾਂ ਨੂੰ ਕਹਿੰਦਾ ਵੀਰ ਜੀ ਜੇਕਰ ਸਾਡਾ ਅੱਜ ਚੰਗਾ ਨਹੀਂ ਤੇ ਕੱਲ੍ਹ ਚੰਗਾ ਹੋ ਨਹੀਂ ਸਕਦਾ। ਜੇ ਇਹ ਜਨਮ ਸਾਡਾ ਚੰਗਾ ਨਹੀਂ ਤੇ ਮਰਨ ਤੋਂ ਬਾਅਦ ਦੀ ਅਸੀਂ ਕੀ ਆਸ ਕਰਦੇ ਹਾਂ? ਤੇ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਮਰਨ ਤੋਂ ਬਾਅਦ ਜੰਮ ਹੈ, ਇਸ ਕਰਕੇ ਜੰਮ ਧਰਮਰਾਜ ਨਰਕ ਦਾ ਡਰ ਪਾ ਕੇ ਉੱਥੇ ਕੜਾਏ ਹੋਣਗੇ, ਉੱਥੇ ਸਜ਼ਾਵਾਂ ਮਿਲਣਗੀਆਂ, ਉੱਥੇ ਅੱਗ ਬਲਦੀ ਹੋਏਗੀ, ਉੱਥੇ ਪੁੱਠੇ ਟੰਗ ਦੇਣਗੇ, ਉੱਥੇ ਬੜੀਆਂ ਸਜ਼ਾਵਾਂ ਮਿਲਣਗੀਆਂ। ਉਸ ਸਜ਼ਾ ਦਾ ਡਰ ਦੇ ਕੇ ਤੁਸੀਂ ਮਨੁੱਖ ਨੂੰ ਅੱਜ ਕਹਿਣਾ ਚਾਹੁੰਦੇ ਹੋ ਕਿ ਤੂੰ ਸਿੱਧਾ ਹੋ। ਅਸੀਂ ਕਹਿ ਰਹੇ ਹਾਂ ਮਨੁੱਖ ਤੂੰ ਸਿੱਧਾ ਹੋ। So we are not talking about something superfluous which is not seen, but we are talking today ਕਿ ਮਰਨ ਤੋਂ ਬਾਅਦ ਕੋਈ ਸਜ਼ਾ ਹੈ ਕਿ ਨਹੀਂ ਹੈ। ਤੈਨੂੰ ਸਜ਼ਾ ਅੱਜ ਹੁਣੇ ਇੱਥੇ ਜਿਹੜੀ ਮਿਲ ਰਹੀ ਹੈ ਇਹਦੇ ਬਾਰੇ ਸੋਚ। ਜਿਸ ਨੂੰ ਇਹ ਗੱਲ ਸਮਝ ਆ ਜਾਂਦੀ ਹੈ ਉਹਦਾ ਜੀਵਨ ਅੱਜ ਦਾ ਸੁਧਰ ਜਾਂਦਾ ਹੈ। ਫਿਰ ਲੋਕ ਸੁਖੀ ਪਰਲੋਕ ਸੁਹੇਲੇ ਅੱਜ ਇੱਥੇ ਹੀ ਹੋ ਜਾਂਦਾ ਹੈ। ਪਰਲੋਕ ਦਾ ਮੈਨਾ ਨਿਕਲ ਆਇਆ
ਉਹਦਾ ਅੰਦਰਲਾ ਚੈਨ ਵਿੱਚ, ਉਹਦਾ ਅੰਦਰ ਜਿਹੜਾ ਪਰਲੋਕ ਹੈ ਨਾ, ਅੰਦਰ ਜਿਹੜਾ ਅਗੰਮ ਰੂਪ ਕਾ ਮਨ ਮੈਂ ਥਾਨਾ ਰੱਬ ਜੀ ਦਾ ਘਰ ਹੈ ਨਾ, ਬੈਕੁੰਠ ਹੈ ਨਾ ਜਿਹੜਾ, ਉਹ ਅੱਜ ਹੀ ਮੇਲ ਮਿਲਾਪ ਹੋ ਜਾਂਦਾ। ਲੋਕ ਸੁਖੀਏ ਪਰਲੋਕ ਸਵੇਲੇ ਹੋ ਗਿਆ। ਮਰਨ ਤੋਂ ਬਾਅਦ ਕੋਈ ਬੈਕੁੰਠ ਨਹੀਂ। जब लग मन बैकुंठ की आस, ਤਾਂ ਕਬੀਰ ਸਾਹਿਬ ਐਸੇ ਮਨੁੱਖ ਨੂੰ ਕਹਿੰਦੇ ਨੇ ਉਹ ਸੱਚ ਪ੍ਰਾਪਤ ਨਹੀਂ ਕਰ ਸਕਦਾ। ਹੁਣ ਇਸ ਸਾਰੀ ਵਿਚਾਰ ਤੋਂ ਅਸੀਂ ਅੱਗੇ ਟੁਰਦੇ ਹਾਂ ਕਿ ਜੇਕਰ ਅਸੀਂ ਕੱਲ ਤੱਕ ਸਮਝਿਆ ਸੀ ਕਿ ਜਦੋਂ ਅਸੀਂ ਹੰਕਾਰ ਕਰਦੇ ਹਾਂ, ਜਦੋਂ ਅਸੀਂ ਇਹ ਸਾਰੇ ਰੱਬੀ ਗੁਣ ਨਹੀਂ ਜੀਂਦੇ ਹਾਂ, ਤਾਂ ਅਸੀਂ ਸੋਚ ਲੈਂਦੇ ਹਾਂ ਸ਼ਾਇਦ ਕਿਸੇ ਲਫ਼ਜ਼ੀ ਰਟਨ ਨੂੰ ਕਰ ਲੈਣ ਨਾਲ ਮੈਨੂੰ ਰੱਬ ਜੀ ਪ੍ਰਾਪਤ ਹੋ ਜਾਣਗੇ। ਕਾਮ ਕ੍ਰੋਧ ਮਹੰਕਾਰ ਤੇ ਮੈਨੂੰ ਸੁੱਧ ਕਰਨ ਦੀ ਲੋੜ ਹੀ ਨਹੀਂ ਹੈ। ਦੱਸਿਆ ਜ਼ਬਾਨ ਤੋਂ ਵਾਹਿਗੁਰੂ ਵਾਹਿਗੁਰੂ, ਰਾਮ ਰਾਮ, ਅੱਲਾ ਅੱਲਾ, ਖੁਦਾ 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 ਕਰ ਲਓ, ਮੈਂ ਕਰ ਲਵਾਂਗਾ। ਪਰ ਗੁਰੂ ਪਾਤਸ਼ਾਹ ਬੜੀ ਭਾਰੀ ਤਾਰਨਾ ਕਰਦੇ ਨੇ, ਕਹਿੰਦੇ ਨੇ ਰਾਮ ਰਾਮ ਸਭ ਕੋ ਕਹੈਂ, ਕਹਿਆ ਰਾਮ ਨਾ ਹੋਏ, ਰਾਮ ਰਾਮ ਕਰਤਾ ਸਭ ਜਗ ਫਿਰੈ, ਰਾਮ ਨਾ ਪਾਇਆ ਜਾਏ। ਸੋ ਇਹ ਜਿਹੜਾ ਬਾਹਰੋਂ ਅਸੀਂ ਜ਼ਬਾਨੀ ਰਟਨ ਕਰਦੇ ਹਾਂ, ਮੈਨੂੰ ਖਿਮਾ ਕਰਨਾ, ਮੈਂ ਮਨਾ ਨਹੀਂ ਕਰ ਰਿਹਾ ਕਿ ਤੁਸੀਂ ਜ਼ਬਾਨ ਦੇ ਨਾਲ ਰਾਮ ਰਾਮ, ਅੱਲਾ ਅੱਲਾ, ਵਾਹਿਗੁਰੂ ਵਾਹਿਗੁਰੂ ਨਾ ਕਰੋ, ਕਰੋ ਜੀ ਸਦਕੇ ਕਰੋ। ਪਰ ਜਦੋਂ ਆ ਜਾਏਗਾ ਐਸਾ ਗਿਆਨ ਜਪੋ ਮਨ ਮੇਰੇ, ਤਾਂ ਫਿਰ ਮਨ ਨੂੰ ਹੀ ਸਮਝਾਉਣਾ ਪਏਗਾ ਨਾ, ਮਨ ਨੂੰ ਹੀ ਗਿਆਨ ਦੇਣਾ ਪਏਗਾ ਨਾ। ਜੇ ਮਨ ਨੂੰ ਸਮਝ ਆ ਗਈ, ਮਨ ਨੇ ਜੇਕਰ ਸੱਚ ਦੀ ਬਾਣੀ, ਸਤਿਗੁਰ ਕੀ ਬਾਣੀ, ਸਤਿਗੁਰ ਵਿਜ਼ਡਮ, ਯੂਨੀਵਰਸਲ ਟਰੁੱਥ ਗਿਆਨ ਨੂੰ ਲੈ ਲਿਆ, ਤਾਂ ਪਤਾ ਕੀ ਹੋਏਗਾ, ਇਹ ਬਾਣੀ ਜੋ ਜਿਉ ਜਾਣੈ ਤਿਸ ਅੰਤਰ ਰਵੈ ਹਰ ਨਾਮਾ, ਉਹਦੇ ਅੰਦਰ ਰੱਬ ਜੀ ਦਾ ਨਾਂ ਹੀ ਤੇ ਰਹਿੰਦਾ ਹੈ। ਕਿਉਂਕਿ ਜਦੋਂ ਮਨ ਸੱਚ ਦਾ ਗਿਆਨ ਲੈ ਲੈਂਦਾ, ਐਸਾ ਗਿਆਨ ਜਪੋ ਮਨ ਮੇਰੇ, ਤਾਂ ਕੀ ਹੋ ਜਾਂਦਾ, ਮਨ ਹੋਵੋ ਚਾਕਰ ਸਾਚੇ ਕੇਰੇ ਹੋ ਜਾਂਦਾ ਹੈ, ਸੱਚ ਦਾ ਚਾਕਰ ਹੋ ਜਾਂਦਾ ਹੈ। ਸੱਚ ਦਾ ਚਾਕਰ ਹੋ ਜਾਂਦਾ ਹੈ ਤਾਂ ਫਿਰ ਉਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਬਰਾਤੀਆਂ ਦਾ ਚਾਕਰ ਨਹੀਂ ਰਹਿੰਦਾ। ਸੋ ਸਿੰਪਲ, ਇਟਸ ਸੱਚ ਏ ਈਜ਼ੀ ਗੇਮ, ਇਟਸ ਨਾਟ ਡਿਫਿਕਲਟ ਟੂ ਲਿਵ ਔਨ। ਸੋ ਹੁਣ ਸਾਨੂੰ ਸਮਝਣਾ ਹੈ ਕਿ ਅਸੀਂ ਕਿਹੜੀ ਵਿਧੀ ਨਾਲ ਜਪ ਰਹੇ ਹਾਂ ਰੱਬ ਦਾ ਨਾਂ, ਤੇ ਗੁਰੂ ਪਾਤਸ਼ਾਹ ਸਾਰੇ ਸ਼ਲੋਕ ਪਹਿਲੇ 9 ਵਿੱਚ ਕਿਵੇਂ ਸਮਝਾ ਰਹੇ ਨੇ। ਸਭ ਤੋਂ ਪਹਿਲਾ ਸ਼ਲੋਕ ਜਦੋਂ ਅਸੀਂ ਪੜ੍ਹਿਆ ਸੀ, ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਤ ਕੀਨ। ਉਹ ਮੇਰੇ ਮਨ ਤੂੰ ਰੱਬੀ ਗੁਣ ਨਹੀਂ ਗਾਉਂਦਾ, ਗੋਬਿੰਦ ਦੇ ਗੁਣ ਗਾਉਂਦਾ ਨਹੀਂ ਹੈ, ਜਨਮ ਅਕਾਰਤ ਕੀਨ, ਜਨਮ ਜ਼ਾਇਆ ਕਰ ਰਿਹਾ। ਤਾਂ ਬੰਦਿਆਂ ਨੇ ਸੋਚ ਲਿਆ ਸ਼ਾਇਦ ਗੁਣ ਗੋਬਿੰਦ ਗਾਣਾ ਹੁੰਦਾ, ਵਾਜੇ ਤਬਲੇ ਢੋਲਕੀ ਛਾਣੇ ਦੇ ਨਾਲ ਕੁਝ ਖੜਕਾ ਕੇ ਵਜਾ ਲਵੋ। ਲੋਕਾਂ ਨੇ ਇਸ ਨੂੰ ਗੁਣ ਗੋਬਿੰਦ ਸਮਝ ਲਿਆ। ਪਰ ਗੁਣ ਗੋਬਿੰਦ ਕਹਿੰਦੇ ਨੇ ਰੱਬੀ ਗੁਣਾਂ ਨੂੰ ਗਾਣਾ, ਤਾਂ ਕਿ ਇਹ ਮਨ ਜੈਸਾ ਸੇਵੇਂ ਤੈਸੋ ਹੋਏ, ਜੈਸਾ ਇਹ ਮਨ ਸੇਵਦਾ ਹੈ, ਜੈਸੇ ਗੁਣ ਗਾਉਂਦਾ ਵੈਸਾ ਬਣ ਜਾਂਦਾ ਹੈ। ਤੇ ਰੱਬੀ ਗੁਣ ਗਾਣੇ ਨੇ। ਹੁਣ ਜੇਕਰ ਅਸੀਂ ਵਾਜੇ ਤੇ ਕਹੀਏ ਭਾਈ ਰੇ ਰਾਮ ਕਹੋ ਚਿਤਲਾਏ, ਅਸੀਂ ਸਮਝੀਏ ਰੱਬੀ ਗੁਣ ਗਾ ਰਿਹਾ, ਨਹੀਂ, ਮੈਨੂੰ ਸਮਝਾ ਰਹੇ ਨੇ, ਓਏ ਭਾਈ ਰੇ, ਓਏ ਬੰਦੇ, ਤੂੰ ਰੱਬ ਦਾ ਨਾਂ ਚਿੱਤ ਲਾ ਕੇ ਕਰਿਆ ਕਰ। ਰੱਬ ਜੀ ਨੂੰ ਥੋੜ੍ਹਾ ਨਾ ਕਹਿ ਰਹੇ, ਇਹ ਰੱਬੀ ਗੁਣ ਗਾਣਾ ਥੋੜ੍ਹਾ ਨਾ ਹੋਇਆ। ਸਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਤੇ ਸਾਨੂੰ ਸਮਝਾਇਆ ਜਾ ਰਿਹਾ, ਮਨ ਮੇਰੇ ਤਿੰਨ ਕੀ ਓਟ ਲੈ, ਇਹ ਰੱਬੀ ਗੁਣ ਹੈ। ਇਹ ਮੈਨੂੰ ਸਮਝਾਇਆ ਕਿ ਰੱਬ ਦੀ ਓਟ ਲੈ। ਸਾਰੀ ਬਾਣੀ ਦੇ ਵਿੱਚ ਮਨੁੱਖ ਨੂੰ ਸਿੱਧੇ ਰਾਹ ਪਾਇਆ ਹੈ। ਸਿੱਧੇ ਰਾਹ ਪੈ ਜਾਂਦਾ ਹੈ, ਮਨੁੱਖ ਦਾ ਜੀਵਨ ਬਣ ਜਾਂਦਾ ਤੇ ਸੰਤਰ ਰਵੈ ਹਰਨਾਮਾ ਹੋ ਜਾਂਦਾ, ਤਾਂ ਮਨੁੱਖ ਰੱਬੀ ਗੁਣਾਂ ਵਾਲਾ ਜੀਵਨ ਜੀਣ ਲੱਗ ਪੈਂਦਾ ਹੈ। ਉਸ ਨੂੰ ਕਹਿੰਦੇ ਨੇ ਉਠਤ ਬੈਠਤ ਸੋਵਤ ਆਈਏ, ਮਾਰਗ ਚਲਤ ਹਰਿ ਹਰਿ ਗਾਈਏ। ਅਗੇਨ ਆਈ ਐਮ ਨਾਟ ਟਰਾਈਂਗ ਟੂ ਕੰਡੈਮ, ਨਾਟ ਟਰਾਈਂਗ ਟੂ ਕ੍ਰਿਟੀਸਾਈਜ਼, ਨਾਟ ਟਰਾਈਂਗ ਟੂ ਇਨਵੈਲੀਡੇਟ ਕਿ ਰੱਬ ਦਾ ਨਾਂ ਨਹੀਂ ਲੈਣਾ। ਤੁਸੀਂ ਲਵੋ ਜੀ ਸਦਕੇ ਲਵੋ। ਸ਼ਰਾਬ ਜਾਂ ਕਿਸੇ ਨੂੰ ਗਾਲਾਂ ਕੱਢਣ ਨਾਲੋਂ ਤਾਂ ਚੰਗਾ ਹੀ ਹੈ ਨਾ, ਚੰਗੀ ਪ੍ਰੇਰਨਾ ਹੀ ਦਿੰਦਾ ਹੈ ਨਾ। ਪਰ ਬਾਣੀ ਸਾਡਾ ਅੰਤਰ ਆਤਮਾ ਸਾਫ਼ ਕਰੇਗੀ। ਬਾਣੀ ਦੇ ਨਾਲ ਸਤਿਗੁਰ ਕਬੀਰ ਜਾਂ ਗਿਆਨ ਦਾ ਧਰਮ ਹੈ। ਔਰ ਅਸੀਂ ਕੱਲ੍ਹ ਵੀ ਪੜ੍ਹ ਰਹੇ ਸਾਂ ਕਿ ਨਾਨਕ ਥਿਰ ਹਰ ਭਗਤ ਹੈ, ਜਿਸ ਨੂੰ ਅਸੀਂ ਅੱਜ ਗਾਇਨ ਕੀਤਾ। ਭਗਤ ਦੇ ਤੱਤੇ ਨੂੰ ਸਿਆਰੀ ਹੈ। ਤੂੰ ਹਮੇਸ਼ਾ ਥਿਰ ਭਗਤ ਵਿੱਚ ਰਵੇਂਗਾ, ਭਗਤੀ ਤੈਨੂੰ ਕਰਨੀ ਨਹੀਂ ਪਏਗੀ। ਤੇਰੀ ਸਟੇਟ ਆਫ ਮਾਈਂਡ, ਤੇਰੀ ਅਵਸਥਾ ਭਗਤੀ ਵਾਲੀ ਫੋਰ ਐਵਰ ਬਣ ਜਾਏਗੀ। ਥਿਰ ਬਣ ਜਾਏਗਾ, ਤੂੰ ਭਗਤੀ ਵਿੱਚ ਟਿਕ ਜਾਏਗਾ। ਕਿਵੇਂ? ਹੁਣ ਭਗਤੀ ਦੀ ਡੈਫੀਨੇਸ਼ਨ ਭੁਪਿੰਦਰ ਸਿੰਘ ਦੀ ਨਹੀਂ ਲੈਣੀ। ਭਗਤੀ ਦੀ ਡੈਫੀਨੇਸ਼ਨ ਗੁਰੂ ਗ੍ਰੰਥ ਸਾਹਿਬ ਕੋਲੋਂ ਪੁੱਛਣੀ ਹੈ, ਜਿਹੜੀ ਰੋਜ਼ ਸਵੇਰੇ ਕੱਪੜੇ ਨਿਚੋੜਦਿਆਂ ਹੋਇਆ ਜਪਜੀ ਪੜ੍ਹਦੇ ਹੋ। ਗੁਰੂ ਪਾਤਸ਼ਾਹ ਕਹਿੰਦੇ ਨੇ ਤੂੰ ਭਗਤੀ ਕਰਨਾ ਚਾਹੁੰਦਾ ਤੇ ਰੱਬੀ ਗੁਣ ਲਿਆ ਕਰ। ਜੇ ਨਹੀਂ ਲੈਂਦਾ, ਵਿਣ ਗੁਣ ਕੀਤੇ, ਅੱਗੇ ਕੀ ਕਹਿੰਦੇ ਨੇ, ਭਗਤ ਨਾ ਹੋਏ। ਇਹਦਾ ਮਤਲਬ ਰੱਬੀ ਗੁਣਾਂ ਨੂੰ ਜੇ ਤੂੰ ਆਪਣੇ ਜੀਵਨ ਵਿੱਚ ਧਾਰਨ ਨਹੀਂ ਕੀਤਾ,
ਭਗਤੀ ਨਹੀਂ ਹੋ ਸਕਦੀ। ਤੇਰੀ ਮਾਲਾ ਫਿਰ ਸਕਦੀ ਹੈ, ਤੇਰਾ ਰੱਬੀ ਰਟਨ ਹੋ ਸਕਦਾ ਹੈ, ਤੇਰਾ ਤੀਰਥਾਂ 'ਤੇ ਜਾਣਾ ਹੋ ਸਕਦਾ ਹੈ, ਤੇਰਾ ਪਾਠਾਂ ਦਾ ਰਟਨ ਹੋ ਸਕਦਾ ਹੈ, ਤੇਰਾ ਧਾਰਮਿਕ ਸਥਾਨ 'ਤੇ ਜਾਣਾ ਹੋ ਸਕਦਾ ਹੈ, ਤੇਰਾ ਦੁਨਿਆਵੀ ਭੇਖ ਦਿਖਾ ਕੇ ਅੱਖੀਂ ਤਾਂ ਮੀਟੇ ਨਾਕ ਪਕੜੇ ਠੱਗਣ ਕੋ ਸੰਸਾਰ ਹੋ ਸਕਦਾ ਹੈ, ਪਰ ਭਗਤੀ ਨਹੀਂ ਹੋ ਸਕਦੀ। ਭਗਤੀ ਕਿਵੇਂ ਹੁੰਦੀ ਹੈ? ਰੱਬ ਜੀ ਜੈਸਾ ਬਣ। ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ, ਜਿਸ ਨੂੰ ਕਹਿੰਦੇ ਨੇ ਗੋਡਲੀ ਐਕਟ, ਗੋਡਲੀ ਡੀਡਸ। ਰੱਬੀ ਕਰਮ ਕਰਿਆ ਕਰ। ਜਦੋਂ ਕੋਈ ਰੱਬੀ ਕਰਮ ਕਰਦਾ ਨਾ, ਉਹਨੂੰ ਕਹਿੰਦਾ ਫਲਾਣਾ ਤਾਂ ਬਿਲਕੁਲ ਰੱਬ ਰੂਪ ਹੈ। ਉਸ ਦੇ ਅੰਦਰ ਔਰ ਰੱਬ ਦੇ ਅੰਦਰ ਕੋਈ ਅੰਤਰ ਨਹੀਂ ਰਹਿੰਦਾ। ਜਿਨ੍ਹਾਂ ਨਾ ਵਿਸਰੇ ਨਾਮ ਸੇ ਕਿਨੇਹਾ ਭੇਦ ਨਾ ਜਾਣੋ ਮੂਲ। ਉਹ ਕੈਸੇ ਹੋਤੇ हैं जिन्हों ਨੂੰ ਰੱਬ ਦਾ ਨਾਂ ਨਹੀਂ ਵਿਸਰਦਾ? ਉਸੇ ਕਿਨੇਹਾ ਉਹ ਕੈਸੇ ਹੋਤੇ हैं? ਕਹਿੰਦੇ ਭੇਦ ਨਾ ਜਾਣੋ ਮੂਲ। ਜ਼ਰਾ ਜਿਹਾ ਵੀ ਫਰਕ ਨਹੀਂ ਹੁੰਦਾ ਕਿ ਸਾਈਂ ਜਿਹੇ ਆ, ਉਹ ਰੱਬ ਜੇ ਹੁੰਦੇ ਨੇ, ਉਹਨਾਂ ਦੇ ਰੱਬੀ ਗੁਣ ਹੁੰਦੇ ਨੇ। ਉਹ ਕਰਤਾ ਪੁਰਖ ਵਾਲੇ ਜੀਵਨ ਜੀਂਦੇ ਨੇ, ਉਹ ਕ੍ਰੀਏਟਿਵ ਕੰਮ ਕਰਦੇ ਨੇ, ਉਹ ਡਿਸਟਰਕਟਿਵ ਨਹੀਂ ਕਰਦੇ ਨੇ, ਉਹ ਲੈਗ ਪੁਲਿੰਗ ਨਹੀਂ ਕਰਦੇ ਨੇ, ਉਹ ਨਿੰਦਾ ਨਹੀਂ ਕਰਦੇ ਨੇ, ਉਹ ਭੈੜ ਨਹੀਂ ਕਰਦੇ ਨੇ। ਜਦੋਂ ਇਹ ਗੱਲ ਸਮਝ ਆਈ ਕਿ ਬਈ ਇਹ ਸਾਰੀ ਕਹਾਣੀ ਸਾਨੂੰ ਸਮਝਾਈ ਜਾ ਰਹੀ ਹੈ, ਸਾਨੂੰ ਥਿਰ ਭਗਤ ਵਾਸਤੇ ਟਿਕਾਇਆ ਜਾ ਰਿਹਾ, ਤਾਂ ਪਹਿਲੇ ਸ਼ਲੋਕ ਵਿੱਚ ਕਹਿੰਦੇ ਨੇ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਤ ਕੀਨ। ਹੁਣ ਗੁਣ ਗੋਬਿੰਦ ਗਾ ਕੇ ਹਮੇਸ਼ਾ ਵਾਸਤੇ ਰੱਬੀ ਗੁਣਾ ਵਿੱਚ, ਭਗਤੀ ਵਿੱਚ ਲੀਨ, ਹਮੇਸ਼ਾ ਊਠਤ ਬੈਠਤ ਸੋਵਤ ਧਿਆਈਏ, ਮਾਰਗ ਚਲਤ ਹਰਿਹਰ ਗਾਈਏ, 24 ਆਵਰਸ ਵਿਦਾਊਟ ਫੇਲ। ਰਸਨਾ ਜਪੇ ਨਾ ਨਾਮ ਤਿਲ ਤਿਲ ਕਰ ਕੱਟੀਏ ਦਾ ਮਤਲਬ ਅੰਦਰ ਦੀ ਰਸਨਾ ਜਿਹੜੀ ਹਮੇਸ਼ਾ ਵਿਦਾਊਟ ਫੇਲ ਰੱਬ ਨਾਲ ਜੁੜੀ ਰਵੇ, ਉਹ ਵਾਲੀ ਜੀਵਨ ਅਵਸਥਾ ਸਮਝਾਉਣ ਵਾਸਤੇ ਪਤਾ ਹੀ ਕਹਿੰਦੇ ਨੇ ਕਉ ਨਾਨਕ ਹਰ ਭਜ ਮਨਾ ਜੈ ਬਿਦ ਜਲ ਕੋ ਮੀਨ। ਬਿਦ ਦੱਸ ਦਿੱਤੀ, ਵਿਧੀ ਤਰੀਕਾ, ਮੈਥਡ ਦੱਸ ਦਿੱਤਾ। ਰੱਬ ਦਾ ਨਾਮ ਲੈਣਾ ਚਾਹੁੰਦਾ ਹੈ ਤਾਂ ਮੱਛੀ ਪਾਣੀ ਨਹੀਂ ਕਰ ਰਹੀ ਹੁੰਦੀ, ਪਾਣੀ 'ਚ ਰਹਿੰਦੀ ਹੈ, पानी चो बाहर कड्डो, मीन पकड़ फांक्यो और काट्यो, रांध कियो वो बानी, खंड खंड कर भोजन कीनो, तऊ ना बिसरियो पानी। पानी तो बिना एक सकिंट च मर जाती है। साढ़े वास्ते पवन गुरु पानी पिता सच का ज्ञान है। जदों सच के ज्ञान अनुसार अमली जीवन मैं नहीं जींदा, मैं मर जावां, आखा जीवां विसरे मर जाओ। जे मेरा यह वाला जीवन बन जाए, यह मच्छी वाली विध हो गई। पर असी की करते हैं? रब्बी नां दा रटन करी जाते हैं, पर गुण साडे सारे माड़े दे माड़े ही रहते हैं। सो पहले श्लोक विध सानू समझाई, उस तो बाद श्लोक ये वाला असी पढ़िया कल, स्वामी परसों पढ़िया, स्वामी को गृह ज्यों सदा स्वान तजत नहीं नित। फिर की कहते हैं? नानक ये विध हर भजो। उते कौन नानक हर भजो ना, जै बिद जल को मीन। उत्थे भी विधि समझाई, जिवें मच्छी निरंतर पानी च रहिंदी है, पानी बिना नहीं रह सकती। तू इस तरह सच्चे सदगुणी रब्बी गुणा तो बिना ना रह सके ऐसा जीवन बना लै। इत्थे कहंदे स्वामी को गृह ज्यों सदा, फेथफुलनेस, ट्रस्टवर्दी। स्वामी को गृह ज्यों सदा स्वान तजत नहीं नित। वो बिल्कुल मालिक दा घर नहीं छड्डदा, नहीं भुलदा। नानक ये विधार भजो। हुण जे असी ये विधार भजो समझ जावांगे, एक मानो एक चित हो जावांगे। ये विध हर भजो असी नहीं समझिया, तां करके साडा एक मन एक चित नहीं है। जदों साडा एक मन एक चित नहीं होंदा तां असी कहंदे हां वीर जी देखो ना, जदों किसी नूं बीमारी पै जाए फिर वो की करे, फिर कित्थे जाएगा? इन्हां पंडितां बाबियां कोल जादू टूने, तवीत कढाण, कुंडली कढाण। फिर असी आए दिन तांत्रिकां दे वस पे रहिंदे हां। तुसीं रोज़ रोज़ टीवी ते देखदे हो, काल कपाल अते कितने किस्मां दे टीवी चैनल्स ते सानूं अवेयर कराउण वास्ते उन्हां दियां सारियां मोमो ठगड़ियां दिखांदे ने कि इह मनुख इहदे तों बच। जदों असी तांत्रिकां दे वस पै गए, जदों असी कुंडली दे वस पै गए, जदों असी हत्थ दिखाण दे वस पै गए, जदों असी चंद सितारिਆਂ दे वस पै गए, जदों असी किसी तांत्रिक मनुख दी गेमां विच फस गए, जदों सानूं कोई ना कोई ऐसी गेम चंडाल चौकड़ी विच फसा के भूत प्रेत वाली कहानी विच पांदा रहिंदा है, फस गए, तां असी मालिक दा दर छोड़ दिता। मैं हैरान रह गया। परसों
ਉਹ ਟੀਵੀ ਤੇ ਉਹ ਕਹਿ ਰਿਹਾ ਸੀ ਮੇਰਾ ਸਿਰ ਦਰਦ ਰਹਿੰਦਾ ਸੀ ਜਦੋਂ ਦਾ ਮੈਂ ਇੱਥੇ ਆਇਆ ਹੋਇਆ ਹੁਣ ਐਂ ਕਰਦੇ ਨੇ ਬਸ ਮੇਰਾ ਦੂਰ ਹੋ ਜਾਂਦਾ, ਦੁੱਖ ਦੂਰ ਹੋ ਗਿਆ। ਉਹ ਆਪ ਸਾਈਕਿਕ ਹੈ। ਤੇ ਮੈਂ ਜਿਹੜਾ ਲੇਖ ਲਿਖ ਰਿਹਾ ਦੁਨੀਆ ਵਿੱਚ ਝੂਠ ਕੁਛ ਨਹੀਂ ਹੈ, ਉਸ ਲੇਖ ਵਿੱਚ ਮੈਂ ਲਿਖਣ ਦਾ ਯਤਨ ਕੀਤਾ ਹੈ ਕਿ ਦਰਅਸਲ ਸਾਡੀ ਇਸ ਕਿਸਮ ਦੀ ਭੂਤ ਪ੍ਰੇਤ ਦੀ ਔਰ ਇਸ ਕਿਸਮ ਦੀ ਆਵਾਜ਼ਾਂ ਕੱਢਣ ਦੀ ਅਤੇ ਡਰ ਜਾਣ ਦੀ ਸਾਰੀ ਬਿਮਾਰੀ ਝੂਠੀ ਹੁੰਦੀ ਹੈ। ਵੀ ਆਰ ਹਿਪਨੋਟਾਈਜ਼ਡ, ਵੀ ਆਰ ਫਰਾਈਟਨਡ, ਵੀ ਆਰ ਇਨ ਸਟੇਟ ਆਫ ਮਾਈਂਡ ਜਿਹਦੇ ਵਿੱਚ ਡਰ ਹੀ ਡਰ ਹੈ ਸਾਨੂੰ। ਉਹ ਸਾਡੀ ਐਸੇ ਕੈਮੀਕਲ ਪ੍ਰੋਡਿਊਸ ਕਰਾਉਂਦੀ ਹੈ। ਤਾਂ ਜਿਸ ਤਰ੍ਹਾਂ ਕਹਿੰਦੇ ਨੇ ਲੋਹੇ ਨੂੰ ਲੋਹਾ ਕੱਟਦਾ ਹੈ, ਇਸ ਤਰ੍ਹਾਂ ਝੂਠ ਨੂੰ, ਝੂਠੀ ਬਿਮਾਰੀ ਨੂੰ ਕੱਟਣ ਵਾਸਤੇ ਝੂਠੀਆਂ ਦੁਕਾਨਾਂ ਖੁੱਲ੍ਹ ਜਾਂਦੀਆਂ ਨੇ। ਅਤੇ ਝੂਠੀਆਂ ਦੁਕਾਨ 'ਤੇ ਜਾਣ ਵਾਲਾ ਮਨੁੱਖ ਇੱਕ ਮਨ ਹੋਏ ਇੱਕ ਚਿੱਤ ਨਹੀਂ ਹੁੰਦਾ, ਇੱਕ ਰੱਬ 'ਤੇ ਵਿਸ਼ਵਾਸ ਨਹੀਂ ਰੱਖਦਾ। ਇੱਕ ਰੱਬ 'ਤੇ ਵਿਸ਼ਵਾਸ ਰੱਖਣ ਵਾਲਾ ਮਨੁੱਖ ਜਦੋਂ ਹੋ ਜਾਂਦਾ ਹੈ ਤਾਂ ਇਸ ਨੂੰ ਕਹਿੰਦੇ ਨੇ ਸੁਆਮੀ ਕੋ ਗ੍ਰਹਿ ਜਿਉ ਸਦਾ ਸਵਾਨ ਤਜਤ ਨਹੀਂ ਨਿਤ, ਨਾਨਕ ਇਹ ਵੀ ਧਾਰ ਭਜੋ ਇੱਕ ਮਨੋ ਇੱਕ ਚਿੱਤ। ਤਾਂ ਕੁੱਤੇ ਦੇ ਵਿੱਚ, ਸਵਾਨ ਦੇ ਵਿੱਚ ਦੋ ਕਿਸਮਾਂ ਦਾ ਇੰਸਟਿੰਕਟ ਹੁੰਦਾ। ਇੱਕ ਇੰਸਟਿੰਕਟ ਹੁੰਦਾ ਜੇ ਰੋਟੀ ਨਹੀਂ ਮਿਲੀ ਤਾਂ ਪੜੋਸੀ ਦੇ ਘਰ ਚਲਾ ਗਿਆ, ਪੜੋਸੀ ਦੇ ਹੋਰ ਕਿਸੇ ਦੁਆਰਾ ਸਵਾਨ ਜਿਉ ਡੋਲਤ। ਸਾਨੂੰ ਜੇ ਘਰੋਂ ਪੈਸੇ ਨਹੀਂ ਮਿਲੇ ਤਾਂ ਅਸੀਂ ਕਿਸੇ ਸ਼ਰਾਬੀ ਨਾਲ ਗਲਾਸ ਖੜਕਾ ਕੇ ਵੀ ਤਿਆਰ ਹਾਂ। ਸਾਨੂੰ ਜੇ ਪੈਸੇ ਨਹੀਂ ਮਿਲੇ ਅਸੀਂ ਕਿਸੇ ਜਗ੍ਹਾ ਆਪਣਾ ਤਨ ਵੇਚ ਕੇ ਵੀ ਤਿਆਰ ਹਾਂ। ਸਾਨੂੰ ਪੈਸੇ ਨਹੀਂ ਮਿਲੇ ਅਸੀਂ ਦੀਨ ਮਾਨ ਵੇਚ ਕੇ ਵੀ ਤਿਆਰ ਹਾਂ। ਫਿਰ ਅਸੀਂ ਵੈਸ਼ਿਆ ਹੋਏ ਕਿ ਉਹ ਵੈਸ਼ਿਆ ਹੋਈ। ਸਹੀ ਮਾਇਨੇ ਵਿੱਚ ਜਿਹੜਾ ਮਨੁੱਖ ਆਦਮੀ ਹੈ, ਔਰਤ ਹੈ, ਮੁੰਡਾ ਹੈ, ਕੁੜੀ ਹੈ, ਜੋ ਮਰਜ਼ੀ ਹੈ ਜੈਂਡਰ ਵਿੱਚ, ਜੇਕਰ ਉਹ ਅਮੀਰ ਗਰੀਬ ਗੋਰਾ ਕਾਲਾ ਹਿੰਦੂ ਮੁਸਲਮਾਨ ਸਿੱਖ ਈਸਾਈ ਕੋਈ ਵੀ ਇਨਸਾਨ ਆਪਣਾ ਦੀਨ ਈਮਾਨ ਵੇਚਦਾ ਹੈ, ਉਸ ਨੂੰ ਸਹੀ ਮਾਇਨੇ 'ਚ ਵੈਸ਼ਿਆ ਕਹਿੰਦੇ ਹਨ। ਉਸ ਨੂੰ ਗੁਰਮਤਿ ਵਿੱਚ ਗਨਕਾ ਕਹਿੰਦੇ ਹਨ। ਜਦੋਂ ਅਸੀਂ ਇਹ ਸਮਝ ਲਾਂਗੇ ਮੈਂ ਵੈਸ਼ਿਆ नहीं बनना, ये पेशा अच्छा नहीं है, मैंने अपने आत्मिक जीवन में ये पेशा नहीं खेलना, वो मनुख तर जाता है। जे नहीं तरदा तो वह पंचाली बन जाता है। ये गुरमत का पंचाली है, सानू अगे समझने वास्ते काम आएगा। पंचाली को राजसभा में राम नाम सुधाई कहते हैं। द्रौपदी नूं राजसभा विच किहदी याद आई? तुसीं सारे उच्चा बोलना। द्रौपदी नूं जदों राजसभा विच नंगा कीता जा रहा सी तां उत्थे उहनूं किहदी याद आई? तुसीं सब ने महाभारत देखी है, कृष्ण जी की। पर गुरु ग्रंथ साहिब का शब्द पंचाली को राजसभा में राम नाम सुधाई। नाउ राम बिलोंग्स टू रामायण, पर द्रौपदी बिलोंग्स टू कृष्ण जी। महाभारत हुण द्वापर अते त्रेता दोनों अलग अलग युगों की कहानी हो गई। पर गुरमत विच राम नाम का मतलब द्वापर त्रेता नाल नहीं है। गुरमत विच राम नाम का मतलब है एक रब जी, एक गॉड, एक खुदा, एक अल्लाह, एक वाहिगुरु, एक करता पुरख, एक गॉड। द्रौपदी कौन हो गई? ऐ साडा मन, साडा ये अंतरात्मा। जदों ये अंतरात्मा उत्थे द्रौपदी विआही हुई सी 5 पांडवां नाल। जदों ये साडे मन रूपी द्रौपदी, साडी अंतरात्मा, जदों आशा, तृष्णा, निंदा, ईरखा इन्हां सारिया पांडवां दे नाल विआही जांदी है, इनू गुरमत विच पंचाली कहंदे ने। गुरमत दी द्रौपदी, गुरमत दी द्रौपदी सिखां वास्ते नहीं है, सिर्फ सिखां वास्ते नहीं है। गुरमत दी द्रौपदी सारे इंसानां वास्ते है। तुसीं कदे इसनूं अपने ते अप्लाई करके देखना कि द्रौपदी नाल इन्नी मुश्किल होई, मैं अपनी मुश्किल नहीं होण देनी। मैं द्रौपदी नहीं बनना कि मैनू 5 पांडव विआहण। हुण ये सारे प्रतीक वरते जाते हैं गुरबाणी विच, उन्हां कहानियां दी टेक नहीं ली जाती। जदों असीं ये समझांगे कि मच्छी दे वांगू सानू बिद समझाई तो मच्छी प्रतीक हो गया, जे सानू कुत्ते की गल समझाई तो कुत्ता प्रतीक हो गया। सो कुत्ते दे 2 इंस्टिंक्ट ने, एक इंस्टिंक्ट है द्वारा द्वारा स्वाद जो डोलत, पर एक इंस्टिंक्ट है कुत्ते का कि स्वामी को गृह ज्यों सदा स्वान तजत नहीं नित, मालक का दर नहीं छड्डदा। जेड़ा उहदा मालक का दर ना छड्डण वाला चंगा गुण है इंसान, तू वो लै। नानक ये भी धार भजो एक मन होए एक चित।
सो इंसान नूं समझाउण वास्ते गुरु पातशाह बड़ी जगह बड़े सारे शब्द वरतते ने। मूल न बुझे अपना से पशुआ से ढोर जियो, ये गुरबाणी के शब्द ने, मेरे नहीं ने। जेड़ा मनुख अपना मूल नहीं समझदा, मूल नहीं बुझदा, से पशुआ से ढोर जियो, वो जानवर है। तो गुरु पातशाह एक जगह कहते ने मृग, हिरन, मीन, मच्छी, इस तरीके नाल 5 गिनते हैं। मृग, मीन, भृंग, पतंग, कुंचर, हाथी, एक दोख विनाश। इन्हां च एक एक अवगुण होंदा है, एक एक डेफिशिएंसी, शॉर्ट कमिंग या विकार इन्हां नूं एक सतांदा है। किसी नूं अख दा, किसी नूं जीभ दा, किसी नूं कंन दा, तां किसी नूं काम दा, किसी नूं इंद्री दा। तां इह जदों इस नूं सतांदा है तां गुरु पातशाह कहंदे ने मृग, मीन, भृंग, पतंग, कुंचर, एक दोख विनाश। ते जेड़े जेड़े इंसान दे विच सारे एक एक अवगुण नूं मिलाओ ते 5 ते 5 अवगुण जिहदे विच होण, कहंदे 5 दोख असाध जाम है, जिसमें ये 5 दोख हों, जिसमें ये 5 बीमारियां हों, ताकि केतक आस, उसकी तो बचने की कोई उम्मीद ही नहीं है। वो एक एक अवगुण से मर गए। ए बंदिया, तू ए प्रतीक वर्त के देख, उन्हां तो प्रेरणा लै। जदों ये समझाते हैं, ये समझा के मनुख नूं ध्यान दिवा रहे ने, इनू कह रहे ने मच्छी दे प्रतीक वांगू समझ। ये नानक कहो, नानक हर भजमना जय बिद जल कुमीन। फिर कुत्ते दी न्याय समझा रहे ने, नानक ये बिद हर भजो, एक मन होए एक चित्त। लेकिन असी किहड़ी विध बनाई हुई है? नाउ कंपेयर दिस। जबकि असी कल दी विचार कर चुके हैं, पर जदों रीकैप वास्ते मैं पढ़ रहा सी तो मैं हैरान रह गया। गुरु पातशाह सानू साडी विध सानू समझा रहे ने, उन्हां दी विध वास्ते प्रेरदे पे ने। और जिहड़ी विध, जिहड़ा तरीका, जिहड़ा मैथड असी बनाया होया है, बगल में छुरी, मुंह में राम राम, मोमो ठगनी, उस विधि के बारे गुरु पातशाह कहते ने सिर कंपियो, पग डगमगे, नैन ज्योतिहीन। कहो नानक ये विध पई, तेनू मैं विध समझा रहा सी। यू शुड कॉपी मच्छी, यू शुड कॉपी कुत्ता, देयर गुड क्वालिटीज यू शुड प्रैक्टिस, एंड यू आर प्रैक्टिसिंग समथिंग एल्स। तू विध की बनाई है? कहो नानक ये विध पई, तेरी है विध बनी हुई है। तो उन्हें हर रस लीन। हुण हर रस का मतलब साफ समझ आ गया। जे असी अंज करिए ना, एक बंदा कह रहा लो जी बाणी च आया, हर नाम हमारा भोजन 36 प्रकार, हर नाम हमारा भोजन 36 प्रकार, हर हम खावे हर हम। पंक्ति पढ़ के कहता असी तो भोजन खाते ही हो। मैं क्या की? कहता असी दाल बनाई है हर हर दी। कमाल है। एक भोजन भजन है सच दा, बारले भोजन की गल नहीं चल रही है। आत्मा नूं भोजन खवाना है। इन्हां गल्लां नूं जदों असीं समझदे हां तां सानूं पता लगदा है कि असीं जदों सच ते नहीं हां, असीं हंकारवश हां। क्योंकि हंकार ही मनुख सोच रहा होंदा है मैं यह भी पकड़ना, मैं यह भी पकड़ना, मैं भी पकड़ना। उसका यह हंकार सब कुछ पकड़ के हमेशा वास्ते सदीवी रखना चाहता है। सदीवी रखण दे गेम विच वो रज़ा पाने नूं भुल जाता है। तो जिहड़ा मनुख रज़ा पाने नूं भुल जाता है और सदीवी सब कुछ रखना चाहता है, वो समझ रहा क्रिएटर मैं हाँ। सब तो भारी भुलेखा है वे कि मैं क्रिएटर हाँ। मेरे मुताबिक धरती चल दे, मेरे मुताबिक बिजनेस चले, मेरे मुताबिक टब्बर चले, मेरे मुताबिक वोटी बच्चे चलन, मेरे मुताबिक पति बच्चे सस नूं चलन, मेरे मुताबिक सारी सृष्टि चले, मेरे मुताबिक धर्म वाले सारे मेरे पंथ वाले चलन। ए मनुख की खेड हो जाती है। तो गुरु पातशाह कहते हैं दुख दारू सुख रोग पिया जा सुख ताम ना होई। अगे की कहते तू करता। कितना सिंपल है, तू करता। यह भाव सीखना है, तू करता। करना मैं नहीं, लेकिन असी पुट्ठा किया होया, मैं करता करना तू नहीं। असी पुट्ठा किया है तू करता करना मैं नहीं। जा हाँ करी ना होई। मैं कुछ भी सारी उम्र पूरा तोड़ तोड़ नहीं चाड़ सकता। को मनुख ते क्या होया है?
ਇਹ ਗੱਲ ਸਮਝ ਆ ਜਾਂਦੀ ਹੈ ਤਾਂ ਮਨੁੱਖ ਸਦੀਵੀ ਚੀਜ਼ਾਂ ਨੂੰ ਪਕੜ ਕੇ ਨਹੀਂ ਰੱਖਦਾ ਸਕਦਾ। ਇਸ ਕਰਕੇ ਅਸੀਂ ਅੱਜ ਬਾਰ-ਬਾਰ ਇਹਨਾਂ ਪੰਕਤੀਆਂ ਨੂੰ ਰਿਪੀਟ ਕੀਤਾ, ਨਾਨਕ ਥਿਰ ਹਰ ਭਗਤ ਹੈ। ਸਿਰਫ ਸੱਚ ਹੀ ਥਿਰ ਹੈ, ਬਾਕੀ ਕੁਛ ਵੀ ਥਿਰ ਨਹੀਂ ਹੈ। ਤੂੰ ਦੁਨਿਆਵੀ ਚੀਜ਼ਾਂ ਥਿਰ ਰੱਖਣਾ ਚਾਹੁੰਦਾ ਹੈ, ਕਹਿ ਨਾਨਕ ਥਿਰ ਨਾ ਰਹਿ ਜਿਉ ਬਾਲੂ ਕੀ ਪੀਤ, ਕਹੋ ਨਾਨਕ ਥਿਰ ਕਛ ਨਹੀਂ ਸੁਪਨੇ ਜਿਉ ਸੰਸਾਰ। ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ। ਅਸੀਂ ਬਾਰ-ਬਾਰ ਇਹਨਾਂ ਪੰਕਤੀਆਂ ਨੂੰ, ਕਿਉਂਕਿ ਇਹਨਾਂ ਪੰਕਤੀਆਂ ਨੂੰ ਇਸ ਤਰੀਕੇ ਨਾਲ ਆਰਾਮ ਨਾਲ ਵਿਚਾਰਨ ਦਾ ਸਮਾਂ ਨਹੀਂ ਹੁੰਦਾ। ਜਦੋਂ ਇਹ ਸ਼ਲੋਕ ਮਹਿਲਾ ਨੌਵਾਂ ਪੜ੍ਹਿਆ ਜਾਂਦਾ, ਜੇ ਗੁਰਦੁਆਰਿਆਂ 'ਚ ਹੁੰਦਾ ਤਾਂ ਗੁਰਪੁਰਬ ਵੇਲੇ ਆਖਰੀ ਦਿਨ ਪੜ੍ਹਿਆ ਜਾਂਦਾ, ਜੇ ਸਾਡੇ ਘਰਾਂ ਵਿੱਚ ਹੁੰਦਾ ਤਾਂ ਉਸ ਵੇਲੇ ਆਪਣੀ ਤਿਆਰੀ ਵਿੱਚ ਲੱਗੇ ਹੁੰਦੇ ਆ, ਮਹਿਮਾਨਾਂ ਨੂੰ ਸੰਭਾਲ ਰਹੇ ਹੁੰਦੇ ਆ, ਹਲਵਾਈਆਂ ਨੂੰ ਸੰਭਾਲ ਰਹੇ ਹੁੰਦੇ ਆ। ਇਸ ਨੂੰ ਜਦੋਂ ਸੁਣ ਵੀ ਜਾਈਏ ਤਾਂ ਵੀ ਸਿਰਫ ਇੱਕ ਵਾਰੀ ਇੰਝ ਸੁਣ ਜਾਂਦੇ ਆ, ਪਰ ਰੁਕ ਕੇ ਧਿਆਨ ਨਾਲ ਬਾਰ-ਬਾਰ ਹਉਮੈ ਵੱਲ ਧਿਆਨ ਦਿਵਾ ਰਹੇ ਨੇ, ਬਾਰ-ਬਾਰ ਸਾਰੀ ਜਗ ਰਚਨਾ ਰਾਮ ਗਿਓ ਰਾਵਣ ਗਿਓ ਅਤੇ ਦੁਨੀਆ ਭਰ ਦੀਆਂ ਗੱਲਾਂ ਕਰਕੇ ਕਹਿ ਰਹੇ ਨੇ ਇੱਥੇ ਥਿਰ ਕੁਛ ਨਹੀਂ ਹੈ, ਸਿਰਫ ਥਿਰ ਭਗਤ ਹੈ ਰੱਬੀ ਗੁਣਨ ਉਹ ਤੂੰ ਜੀ, ਬਾਕੀ ਨਾਨਕ ਥਿਰ ਨਾ ਰਹਿ ਜਿਉ ਬਾਲੂ ਕੀ ਮੀਤ, ਥਿਰ ਕਛ ਨਹੀਂ ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ। ਜਦੋਂ ਇਹ ਥਿਰ ਸਮਝ ਆ ਜਾਂਦਾ ਨਾ ਕਿ ਇੱਥੇ ਥਿਰ ਕੁਛ ਵੀ ਨਹੀਂ ਹੈ ਤਾਂ ਮਨੁੱਖ ਨੂੰ ਚਿੰਤਾ ਖਤਮ ਹੋ ਜਾਂਦੀ ਹੈ। ਇਹਦਾ ਮਤਲਬ ਇਹ ਹੋ ਗਿਆ ਅੱਜ ਸਾਰੀ ਦੁਨੀਆ ਵਿੱਚ ਸਟ੍ਰੈਸ, ਟੈਂਸ਼ਨ, ਵਰੀਜ਼ ਦਾ ਕਾਰਨ ਇਹ ਹੈ ਕਿ ਮਨੁੱਖ ਸੋਚ ਰਿਹਾ ਹੈ ਮੈਂ ਜੋ ਕੁਛ ਮੇਰੇ ਹੱਥ 'ਚ ਹੈ ਜਾਣ ਨਹੀਂ ਦੇਣਾ। ਪਰ ਜੇ ਸਮਝ ਆ ਜਾਏ ਜਾਣਾ ਹੀ ਹੈ, ਜੋ ਉਪਜੋ ਸੋ ਬਿਨਸ ਹੈ, ਖਤਮ ਹੋਣਾ ਹੀ ਹੈ, ਤਾਂ ਫਿਕਰ ਨਹੀਂ ਰਹਿੰਦਾ। ਅਸੀਂ ਜਿਨ੍ਹਾਂ ਨਾਲ ਕਾਉਂਸਲਿੰਗ ਕਰਦੇ ਹਾਂ ਨਾ, ਅਸੀਂ ਉਹਨਾਂ ਨਾਲ ਸਾਂਝ ਕਰਦੇ ਹਾਂ ਤੁਹਾਨੂੰ ਕੀ ਪ੍ਰੋਬਲਮ ਹੈ। ਇਹ ਸਾਡੇ ਇੱਕ ਵੀਰ ਜੀ ਨੇ, ਉਹਨਾਂ ਦੀ ਵਾਈਫ ਨੂੰ ਥਾਇਰਾਇਡ ਹੋ ਗਿਆ। ਥਾਇਰਾਇਡ ਵੀ ਕੁਛ ਇਸ ਕਿਸਮ ਦਾ ਹੋ ਗਿਆ ਕਿ ਡਾਕਟਰ ਉਹਨਾਂ ਨੂੰ ਕਹਿੰਦਾ ਹੈ ਕਿ ਇਹਦਾ ਜੇ ਆਪਰੇਸ਼ਨ ਕੀਤਾ ਜਾਏ 95% ਆਪਰੇਸ਼ਨ ਫੇਲ ਹੁੰਦੇ ਨੇ, 5% ਪਾਸ ਹੁੰਦੇ ਨੇ। ਉਹਦੀ ਵਾਈਫ ਡਿਪਰੈਸ਼ਨ ਹੀ ਚਲੀ ਗਈ। ਅਸੀਂ ਉਹਦੇ ਨਾਲ ਵਿਚਾਰ ਸਾਂਝ ਕੀਤੀ। ਅਸੀਂ ਉਹਨੂੰ ਪੁੱਛਿਆ ਤੁਹਾਡੀ ਉਮਰ ਕਿੰਨੀ ਹੈ? ਕਹਿੰਦੀ 38 ਸਾਲ। ਮੈਂ ਕਿਹਾ ਬੱਚੇ ਕਿੰਨੇ ਆ? 2। ਅੱਛਾ ਸੱਸ ਸਹੁਰਾ ਵੀ ਹੈ? ਹਾਂ। ਪਤੀ ਕਮਾਉਂਦਾ ਹੈ? ਹਾਂ। ਤਾਂ ਮੈਂ ਉਹਨੂੰ ਪੁੱਛਿਆ ਕਿਤਨੇ ਐਸੇ ਬੱਚੇ ਨੇ ਜਿਨ੍ਹਾਂ ਦੇ ਕੋਲ ਪਿਓ ਅਤੇ ਦਾਦਾ ਦਾਦੀ ਹੁੰਦੇ ਹੀ ਨੇ, ਉਹਨਾਂ ਦੀ ਮਾਂ ਮਰ ਜਾਂਦੀ ਹੈ। ਕਿਤਨੇ ਹੀ ਐਸੇ ਬੱਚੇ ਨੇ ਜਿਨ੍ਹਾਂ ਕੋਲ ਮਕਾਨ ਛੱਤ ਨਹੀਂ ਹੈ, ਤੁਹਾਡੇ ਕੋਲ ਮਕਾਨ ਛੱਤ ਕੰਮ ਕਾਜ ਸਭ ਕੁਛ ਹੈ। पर ਅਸੀਂ ਸਿੱਖਾਇਆ ਕਿ ਮਰਨ ਲਿਖਾਏ ਮੰਡਲ में आए। ਅਸੀਂ ਸਿੱਖਾਇਆ हम आदमी एकदम ही मौत ना जाना। ਸਾਨੂੰ ਪਤਾ ਹੀ ਨਹੀਂ ਹੈ ਅਸੀਂ ਕਿਸੇ ਵੇਲੇ ਵੀ ਇਸ ਧਰਤੀ ਤੇ ਮਰ ਸਕਦੇ ਹਾਂ ਔਰ ਆਪਣੇ ਸਾਹਮਣੇ ਦੇਖਦੇ ਹਾਂ ਕੋਈ ਬੱਚਾ ਜੰਮਣ ਸਾਰ ਮਰ ਗਿਆ, ਕੋਈ ਪੇਟ ਵਿੱਚ ਮਰ ਗਿਆ, ਕੋਈ ਪੈਦਾ ਹੋਣ ਤੋਂ ਬਾਅਦ ਥੋੜੇ ਦਿਨਾਂ ਬਾਅਦ ਮਰ ਗਿਆ, ਕੋਈ ਨੌਜਵਾਨ ਮੁੰਡਾ ਮਰ ਗਿਆ, ਕੋਈ ਪਿਤਾ ਜੀ ਮਰ ਗਏ, ਕੋਈ 70 ਸਾਲ ਦਾ ਮਰਿਆ, ਕੋਈ 100 ਸਾਲ ਦਾ ਮਰਿਆ। ਇਹਦਾ ਮਤਲਬ ਇਹ ਹੋਇਆ ਕਿ ਕਿਸੇ ਦੀ ਵੀ ਡੇਟ ਫਿਕਸਡ ਨਹੀਂ ਹੈ ਕਿ ਉਹ ਹਰ ਕੋਈ 100 ਸਾਲ ਦਾ ਹੀ ਹੋ ਕੇ ਮਰੇਗਾ। ਜਦੋਂ ਮੈਂ ਉਹਨਾਂ ਨੂੰ ਬੇਨਤੀ ਕੀਤੀ ਤੁਸੀਂ ਨਾ 5% ਜਿਹੜੇ ਫੇਲਿਓਰ 5% ਜਿਹੜੇ ਪਾਸ ਹੋਣ ਵਾਲੇ ਪਾਸੇ ਦੇ ਨੇ ਨਾ ਉਸ ਪਾਸੇ ਆਪਣੇ ਆਪ ਨੂੰ ਸੋਚ ਲਓ। ਜੇ 95 ਹੋ ਚਾਹਿਆ ਤਾਂ ਤੁਸੀਂ ਸੋਚਣਾ ਸ਼ਾਇਦ ਮੈਂ 38 ਦਾ ਹੀ ਮਰਨਾ ਹੋਏਗਾ, ਪਰ ਜੇ ਤੁਸੀਂ 5% ਹੀ ਆ ਗਿਆ ਤਾਂ ਹੋ ਸਕਦਾ ਤੁਹਾਡਾ 70 80 90 ਸਾਲ ਹੋ ਜਾਏ। ਲੇਕਿਨ ਆਪਣੇ ਹੱਥੀਂ ਇਹਨਾਂ ਬੱਚਿਆਂ ਨੂੰ ਆਪਣੇ ਦਾਦਾ ਦਾਦੀ ਸੱਸ ਸਹੁਰਾ ਅਤੇ ਪਤੀ ਦੇ ਹਵਾਲੇ ਕਰਕੇ ਖੀੜੇ ਮੱਥੇ ਕਹੋ ਆਈ ਐਮ ਪ੍ਰੀਪੇਅਰਡ। ਇਹਦੇ ਨਾਲ ਹੋਇਆ ਕਿ ਉਹਦੇ ਕੈਮੀਕਲਸ ਐਸੇ ਪ੍ਰੋਡਿਊਸ ਹੋਏ कि वो चढ़ती कला च आ गई। चढ़ती कला में ऑपरेशन करान गई, ऑपरेशन इज सक्सैसफुल, शी इज़ लिविंग, आई थिंक शी वुड बी सिटिंग हियर। जदों ये समझ आ जाए कि मरना तो है ही है, सो वट, मकान ढहना तो है ही है, सो वट, मरना तो है ही है। सुनामी, हाय सुनामी ना आ जाए, सुनामी नाल शायद मरना होएगा। हाय भूचाल ना आ जाए, शायद भूचाल नाल मरना होएगा। हाय किस तरह होएगा? तो गुरु पातशाह कहते हैं असी अध्यात्मक मीनिंग है जो करांगे शब्द में तो समझांगे, पर गुरु पातशाह सिंपली जो कहिए उस तरह भी समझिए तो कहते क्या जाना कि मरेंगे कैसे मरना होए। हुण साडा डिसाइड किया होया असी फिक्स डिपॉजिट करा के कोई स्टैंप पेपर ते लिखा के आया बई मैं बड़े आराम दे नाल 99 साल दा होके बहुत आराम दे नाल मंजे ते खिचड़ी पिज़्ज़ा या कुछ होर वधिया डिश खांदिया मरा। कोई डिसाइडेड थोड़ी नहीं। when it's not decided okay, ਜਦੋਂ ਇਹ ਓਕੇ ਆਪਣੇ ਸਾਡੇ ਹੱਥ 'ਚ ਖੁੱਲ ਜਾਂਦੇ ਨੇ then free, ਇਹ ਖੁੱਲ ਜਾਂਦੇ ਨੇ ਸਮਝੋ ਦਿਮਾਗ ਦੇ ਪੈਰਾਸ਼ੂਟ ਖੁੱਲ ਗਿਆ and parachute only works when it is opened। ਖੁੱਲ ਗਿਆ ਉਡਾਰੀ ਮਾਰ ਲਓ ਬਸ। ਜਦੋਂ ਇਹ ਥਿਰ ਸਮਝ ਆ ਜਾਂਦਾ ਤਾਂ ਚਿੰਤਾ ਲੱਥ ਜਾਂਦੀ ਹੈ। ਚਿੰਤਾ ਤਾਂ ਕੀ ਕੀਜੀ ਹੈ ਜੋ ਅਨਹੋਣੀ ਹੋਏ।
ये मार्ग संसार को नानक थिर नहीं कोई। हुण इस संसार दे जीवन विच तू जिहड़ा अपना जीवन एक रच के बैठा होया, वो जग रचना सब झूठ, तू जिहड़ी रची हुई है वो झूठ है। हुण उहदे बारे सोच लै। असी ये समझते हाँ साडे घर कदी कोई ना मरे, पर असी रोज़ देखते हैं हर जगह पड़ोसी दी डेड बॉडी ले जा रहे हैं, साडे घर भी ले जा रहे हैं। कित्थे तेंदे माँ प्यो जिन्नी तू जन्मे होए, तै पासों लद गए, तू अजे ना पतीने होए। सानू समझा रहे ने सो दैट कि असी ब्रॉटअप हो जाइए, असी स्टैंड कर जाइए। बस इतना ही इनू समझना। हुण ये फिर समझ नहीं आता तां असी जिहड़ा जंजाल अपना रचिया होया है, इस जंजाल नू गुरु पातशाह देखो श्लोक 49, 50, 51 कह रहा थिर ना रहा, थिर कछ नहीं, नानक थिर नहीं कोय। अते श्लोक 52वां विच कह रहे ने नानक हर गुण गाहे लै छाड़ सगल जंजाल। ए सारा सगल जंजाल जिहड़ा तू जग रचना अपनी रची हुई ना झूठ है, ए जंजाल छड्ड दे। और ए जंजाल तू छड्डदा नहीं है, तेरी होमे है। ये तू जंजाल आप गले विच पाई हुई है। आम एक कहावत है ना कि वह बंदा कहता नहीं जी नहीं, कौन कहता कि भी असी ये माया नाल बद्धे हुए हाँ। तो वो किसी फकीर ने उन्होंने कहा कि बई बड़ा सिंपल है, ए देखो सामने एक बंदा है, ग्वाला गां नूं रस्सी बन के ले जा रहा है। कहता गां कित्थे जा रही है? कहता ग्वाले पिछे। कहता ग्वाला कित्थे जा रहा है? कहता गां अगे। कहता अच्छा वो गां दे पिछे किवें जा रही है? ए रस्सा खिंच के ले जा रहा है। कहता रस्सा कट दिओ। रस्सा कटिया, गां पिछे दौड़ पई, हुण वो पिछे पिछे दौड़ रहा है। ਇਹਦਾ मतलब की होया? ਇਹਦਾ मतलब गां ਉਹਦੇ ਨਾਲ नहीं सी बद्धी हुई, ये गां नाल बद्धा होया सी। गां दी तां रस्सी सानू नज़र आ रही है, पर यह जिहड़ा इत्थे जग रचना झूठ दे नाल इन्हें अपना रस्सा ਉਹਦੇ ਨਾਲ ਬੰਨਿਆ होया सी, हुण वो नज़र आ रहा है। गऊ नूं चेज कर रहा है, गऊ ਉਹਦੇ ਨਾਲ रस्सी बद्धी कारण चेज कर रही सी। ये अपनी दिमाग की जिहड़ी गले हमारी जेवरी है ਉਹਦੇ ਨਾਲ बद्धा ਉਹਦੇ पिछे जा रहा है। Now we have to understand this insight once we get, तो सानू कुछ छोड़ना नहीं पैंदा, साडे कोलों छुट जाता है। जैसे जल में कमल निराला मुर्गा ही निशाने, असी उहदे विच भी रहने और असी उहदे पिछदे भी नहीं। इतने आसान गेम है, पर सानू पापी करार कर देंदे ने, इस करके असी भुलेखा खा जाते हैं। खैर, ये श्लोक नू समझण तो बाद असी कल इत्थे तक पहुँच गए सां। निज कर देखो जगत में को कहूँ को नाए, नानक थिर हर भगत है ते राखो मन माए। फिर जग रचना सब झूठ है जान ले और मीत, क्या नानक थिर नार है जो बालू की पीत। फिर असी समझे असी राम गयो रावण गयो जाको बहु परिवार। बई राम दा वंश भी चला गया, लव कुश भी चले गए, उन्होंने दे बच्चे भी चले गए। रावण दा भी सारा, रावण बारे कहते हैं उहदे इन्ने सब कुछ सी, इन्ना वड्डा टब्बर सी, इन्ना सब कुछ सी, वो चला गया। वड्डे वड्डे परिवार बनाने वाले चले गए। तू किस हंकार दे चक्कर च अपनी ये जंजाल बना के फाई बना के बैठा है? तू सोचना है, पर तेनू पता नहीं है कहो नानक थिर कछ नहीं, सुपने जो संसार। और ये भुलेखे थे लथ जाते हैं। वो भुलेखे साडा दस्तक चैनल ते एक बारी जी चैनल ते दस्तक प्रोग्राम आया सी, तो उस प्रोग्राम तो पहला जिहड़ा प्रोग्राम चल रहा सी दस्तक वालियां वल्लों ही, उस प्रोग्राम में उन्होंने दिखाया सी कि धरती ते जितने मापे पुत्रां वाले ने, जिन्हां दे पुत्र ने वो सारे दुखी ने, और जिन्हां दियां सिर्फ धीआं ने वो दुखी नहीं हैं। सानू बाहरों लग रहा है कि पुत्र कमा के नहीं लिया रहा, माँ प्यो बुढ़े होके की करनगे, धीआं अपने घर चली गए ने, पर उन्होंने कोई प्रॉब्लम नहीं है। पर इस प्रॉब्लम तो थाईलैंड ने इसनू समझ लिया है रब्बी कोई करामात नहीं है, ये रब्बी कोई गेम नहीं है, एक कन्वेंशनल धरती ते है। तो थाईलैंड में रहिंदा सां, उत्थे थाई लोकां विच बुद्धिस्ट जिहड़े थाई ने, उन्हां विच मुंडा विआह के कुड़ी दे घर जांदा है। सो दे आर नॉट दुखी एट ऑल। इत्थे कुड़ी विआह के आंदी है, जो ही न्यू आई सस सहुरे सारे दुखी ने। इसने सोच लिया कि मेरे घर पुत्र होना चाहिए, इस करके दुकाना खुल गया। उन्होंने दुकाना तो सारे ने समझाना शुरू कर दिता, ए वाला पाठ इंज करोगे इंज हो जाएगा, वाली माला इंज फिरोगे, फलाने पंडित भाई फलाने उन्होंने इंज करोगे पुत्र हो जाएगा। फिर आस्ते आस्ते हो गया ए वाला शब्द पढ़ोगे, जबकि गुरमति जेंडर डिस्क्रिमिनेशन नहीं है। फलानी थां ते इंज जाओगे, सोमवार को जाओगे, मंगलवार को जाओगे, फलानी जगह जाओगे, 2 मूलियां चढ़ाओगे, 2 प्याज चढ़ाओगे। मैनू संगतां आप ही दसदियां रहंदियां, मैं तो सब जगह खड़ा नहीं होना। ए उहदे घर मुंडा नहीं होया, तां
ਉਹਦੀ ਸੱਸ ਕਰੀਏ ਤੈਨੂੰ ਘਰੋਂ ਕੱਢ ਦਿਆਂਗੇ। ਮੁੰਡਾ ਹੋ ਜਾਂਦਾ ਹੈ, ਉਸ ਤੋਂ ਬਾਅਦ ਉਹਦੇ 'ਚੋਂ ਦੁੱਖ ਨਿਕਲਦਾ ਹੈ। ਇਹ ਬਾਲੂ ਕੀ ਭੀਤ ਹੈ, ਇਹ ਸੁਪਨੇ ਜੋ ਸੰਸਾਰ ਹੈ। ਤੇਰਾ ਵੰਸ਼ ਚੱਲੇਗਾ ਜਾਂ ਨਹੀਂ ਚੱਲੇਗਾ, ਤੇਰਾ ਪੁੱਤਰ ਤੇਰੇ ਸਾਹਮਣੇ ਖੜਾ ਹੋ ਕੇ ਤੈਨੂੰ ਕਚਹਿਰੀ ਵਿੱਚ ਘਸੀਟੇਗਾ। ਮੈਂ ਤੁਹਾਨੂੰ ਤਾਂ ਸੁਣਾਉਂਦਾ ਗੁਰਦੁਆਰੇ ਵਿੱਚ ਬੈਠ ਕੇ ਕਿਉਂਕਿ ਤੁਸੀਂ ਰੋਜ਼ ਇਹ ਵੇਖਦੇ ਹੋ। ਨਾਓ ਯੂ ਕੈਨ ਰਿਲੇਟ ਕਿ ਜੇ ਕੋਈ ਬਹੁਤ ਸਿਆਣਾ ਪਿਓ ਆਪਣੇ ਆਪ ਨੂੰ ਸਮਝਦਾ ਕਿ ਪਹਿਲਾਂ ਮੈਂ ਵਸੀਅਤ ਲਿਖ ਜਾਵਾਂਗਾ, ਬਾਅਦ ਵਿੱਚ ਵੀ ਜੇ ਝਗੜੇ ਕਰਨ ਵਾਲੇ ਨੇ ਉਹ ਤੁਹਾਡੀਆਂ ਮਾਵਾਂ ਧੀਆਂ ਭੈਣਾਂ ਨੂੰ, ਵਿਧਵਾ ਨੂੰ, ਗਰੀਬਣੀ ਨੂੰ ਜਾਂ ਵਿਚਾਰੀ ਹੈਲਪਲੈਸ ਨੂੰ, ਉਹਨਾਂ ਨੂੰ ਉਹਦੇ ਵਿੱਚ ਘਸੀਟਣਗੇ। ਸੋ ਇਹਦੇ 'ਚ ਸੁੱਖ ਨਹੀਂ ਨਿਕਲਦਾ। ਤੂੰ ਸੋਚਦਾ ਬੜਾ ਵੱਡਾ ਮੈਂ ਪਰਿਵਾਰ ਬਣਾ ਲਾਂਗਾ, ਧੀਆਂ ਪੁੱਤਰ ਬਣਾ ਲਾਂਗਾ, ਇਹ ਰਹਿਣਗੇ। ਇਹ ਤੇਰਾ ਖਿਆਲ ਹੈ। ਰਾਮ ਗਿਓ ਰਾਵਣ ਗਿਓ ਜਾਂਕੂ ਬਹੁ ਪਰਿਵਾਰ ਕੋ ਨਾਨਕ ਥਿਰ ਕੱਛ ਨਹੀਂ। ਇੱਥੇ ਕੁਛ ਵੀ ਥਿਰ ਨਹੀਂ ਹੈ। ਜੇ ਥਿਰ ਨਹੀਂ ਹੈ ਨਾ ਤਾਂ ਤੁਸੀਂ ਸੋਚਣਾ ਕਿ ਜਿਹੜੀਆਂ ਮਾਵਾਂ, ਖਾਸ ਤੌਰ 'ਤੇ ਮਾਵਾਂ, ਪਰ ਜਿਹੜੇ ਪੇਰੈਂਟਸ ਅਤੇ ਜਿਹੜੀਆਂ ਦਾਦੀਆਂ ਅਰਦਾਸਾਂ ਕਰ ਕਰਕੇ ਪੰਡਤਾਂ ਦੇ ਜਾਂ ਕਿੱਥੇ ਵੀ ਤਾਂਤਰਿਕ ਦੇ ਬੂਹੇ 'ਤੇ ਧੱਕੇ ਖਾ ਖਾ ਕੇ ਜਿਹੜਾ ਪੁੱਤਰ ਲੈਂਦੀਆਂ ਨੇ, ਜਦੋਂ ਪੁੱਤਰ ਵੱਡਾ ਹੋ ਕੇ ਚੰਗਾ ਨਹੀਂ ਨਿਕਲਦਾ, ਜਦੋਂ ਨੂੰਹ ਦੇ ਆਖੇ ਲੱਗ ਜਾਂਦਾ ਹੈ, ਉਸ ਦਿਨ ਆਪ ਹੀ ਕਹਿੰਦੀਆਂ ਇਸ ਨਾਲੋਂ ਨਿੱਜ ਨਾ ਜੰਮਦਾ। ਕਹਿੰਦੀਆਂ ਥਿਰ ਨਹੀਂ ਰਿਹਾ। ਜਦੋਂ 9 ਮਹੀਨੇ ਪੇਟ ਸੀ, ਕਾਕਾ ਹੈ ਜੰਮਿਆ, ਵਧਾਈ ਹੈ ਵਧਾਈ ਰਹੀ 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 ਥਿਰ ਨਾ ਰਿਹਾ। ਹੁਣ ਵੱਡਾ ਹੋ ਕੇ ਹੁਣ ਰੂਪ ਬਦਲ ਗਿਆ। ਇਹਦਾ ਮਤਲਬ ਸਾਨੂੰ ਸਮਝਣਾ ਚਾਹੀਦਾ ਹੈ ਕਿ ਕਦੇ ਵੀ ਸਾਨੂੰ ਇਹ ਵੰਸ਼, ਔਰ ਵੰਸ਼ ਚਲਾਉਣ ਵਾਲਾ ਮਨੁੱਖ ਸਭ ਤੋਂ ਜ਼ਿਆਦਾ ਹਉਮੈ 'ਚ ਹੈ, ਕਿਉਂਕਿ ਵੰਸ਼ ਚਲਾਉਣ ਵਾਲਾ ਮਨੁੱਖ ਆਪਣੀ ਜ਼ਾਤ ਦਾ ਅਭਿਮਾਨ ਕਰਦਾ ਹੈ। ਇਸੇ ਕਰਕੇ ਗੁਰੂ ਪਾਤਸ਼ਾਹ ਨੇ ਕਿਹਾ ਜਾਂ ਰਹਿਣਾ ਨਾਈ ਐਤ ਜਗ ਤਾਂ ਕਾਇਤ ਗਾਰਬ ਹੰਡੀ ਹੈ। ਵੰਸ਼ ਚਲਾਉਣ ਵਾਲਾ, ਸਾਡੀ ਵੰਸ਼ ਕੁੱਲ ਚੱਲਦੀ ਰਵੇ ਵਾਲਾ ਮਨੁੱਖ ਹਮੇਸ਼ਾ ਜ਼ਾਤ ਅਭਿਮਾਨੀ ਹੋਏਗਾ। ਉਹ ਆਪਣੇ ਨਾਂ ਨਾਲ ਜ਼ਾਤ ਜ਼ਰੂਰ ਲਗਾਏਗਾ, ਉਹ ਆਪਣੇ ਨਾਂ ਦੇ ਪਿੱਛੇ ਪੂਛਲ ਜ਼ਰੂਰ ਲਗਾਏਗਾ। ਪੂਛਲ ਜਾਨਵਰ ਦੀ ਹੁੰਦੀ ਹੈ, ਇਨਸਾਨ ਦੀ ਨਹੀਂ ਹੁੰਦੀ। ਸੋ ਜ਼ਾਤ ਅਭਿਮਾਨੀ ਮਨੁੱਖ ਨੂੰ ਗੁਰੂ ਪਾਤਸ਼ਾਹ ਕਹਿੰਦੇ ਨੇ ਸੁਣ ਰਾਮ ਗਿਓ ਰਾਵਣ ਗਿਓ ਜਾਂ ਕੋ ਬੋ ਪਰਿਵਾਰ ਕਉ ਨਾਨਕ ਥਿਰ ਕੱਛ ਨਹੀਂ ਸੁਪਨੇ ਜਿਉ ਸੰਸਾਰ। ਤੇ ਜਿਹੜਾ ਹੰਕਾਰੀ ਮਨੁੱਖ ਹੈ ਉਹੀ ਚਿੰਤਾ ਕਰਦਾ, ਇਹ ਨਾ ਹੋ ਜਾਏ ਉਹਨੂੰ ਕਹਿੰਦੇ ਨੇ ਚਿੰਤਾ ਤਾਂ ਕੀ ਕੀਜੀਏ ਜੋ ਅਨਹੋਣੀ ਹੋਏ। ਓਏ ਬੰਦਿਆ ਤੂੰ ਸਮਝ, चिंता तू करदा फिरदा, चिंता ताकि कीजिए जो अनहोनी हो। इस संसार नानक, इस संसार को नानक फिर नहीं कोई अनहोनी होंदी ही नहीं इस सृष्टि ते कदी। इस सृष्टि ते जो कुछ होंदा है रब ही नियम ही होंदा है। अज ही मैनूं किसी ने फोन ते पुछया, कहंदे ने रब दे हुक्म बिना पत्ता नहीं हिलदा। मैं क्या जिस तरह असीं कदी मोमबत्ती बाली होवे ना, साडा बच्चा निक्का होवे और उन्होंने बर्थडे ते मोमबत्ती बुझाण दी आदत पई है, उन्होंने बड़ा चंगा लगता है, तो असीं बड़ा इंपॉर्टेंट काम कर रहे हैं, तो उस बच्चे ने थोड़ा ना पता इंपॉर्टेंट काम कर रहे हैं। वो बच्चा के इंज फूक मार दे बत्ती बुझा दिंदा है, उहदे वास्ते तां खेड ही है ना, कैंडल है केक दी। असीं उहनूं मना करी जा रहे हैं। तो मैं वो बीबी जी ने जिन्होंने फोन किया सी, मैं उन्होंने बेनती की कि रब जी इंज मोमबत्ती को करन वास्ते नहीं बैठे हुए, तो पत्ते को ही करके उन्हें हिलाने वास्ते नहीं बैठे हुए कि रब दे हुक्म विच पत्ता हिलता है। दरअसल सिंपल जी इतनी गेम है कि रब्बी नियम सिस्टम विच समुंदर विच नदियाँ डिगदियाँ, नदियाँ चारों पासों डिगदियाँ, जिस पासे पानी का वेग ज़्यादा होंदा है उत्थे पानी घूम जाता है, वो घूमे पानियां दे कारण हवा चलती है। ये हवा सारा सृष्टि का जो भी नियम सिस्टम है, साइंटिस्ट नूं तुसीं पढ़ लो, उस मुताबक हवा चल पैंदी है। सृष्टि के नियम नूं रब्बी हुक्म कहते हैं। सृष्टि के नियम विच हवा चल पैंदी है, जे हवा चल पैंदी है तो पत्ता हिल जाता है, जे हवा ना चले पत्ता नहीं हिलदा, हवा ना चले पतंग नहीं उड़दी, हवा नहीं है पतंग नहीं उड़दी। सिस्टम विच रब्बी नियम विच नहीं है। रब जी की सृष्टि ते जो कुछ होंदा है रब्बी नियम मुताबक होंदा है, कुछ अनहोनी हो ही नहीं सकती है। पंजा तत्तां की सृष्टि सजी है, तो इस सृष्टि विच गुरु पातशाह कहते हैं कोई छेवां करियो जे किछ कीता होवे, कुछ हो ही नहीं सकता। रब्बी नियम सृष्टि चलता है और रब्बी नियम के मुताबिक सब कुछ होता है, इस करके इत्थे अनहोनी कुछ नहीं होती है। जिहड़ी अनहोनी सानू लगती पई है उन्होंने वेखण वास्ते साडी अख समर्थ नहीं है, उन्होंने वेखण वास्ते साडे कोल नॉलेज नहीं है। इस करके सानू कहते हैं अच्छा बताओ नारियल में से फिर खून कैसे निकलता है, पर साइंटिस्ट को पता नारियल को उसने पोटेशियम परमैंगनेट का टीका लगाया है, उसके अंदर पानी है वो लाल हो गया, पर जिहड़ा बीमार है वो समर्थ नहीं है, वो घबराया होया डरिया होया है। अच्छा बताओ नारियल हिलता कैसे है, वो नारियल थोड़ा जा कटदा वो अंदर जिंदा चूहा पा के उतों उन्हें चिपका दिंदा, हुण चूहा तो अंदर हिलेगा ना तो नारियल हिलेगा। सो सिंपल। मैं सारे एवं एग्जाम्पल तुहानू दे रहा कि हर ऐसी जो भी दुनिया ते करामात तुसी समझते रहंदे हो, उस करामात
ਪਿੱਛੇ ਜ਼ਰੂਰ ਕੋਈ ਗੱਲ ਹੁੰਦੀ ਹੈ। ਸਾਨੂੰ ਪਿੱਛੇ ਸੱਚ ਨਹੀਂ ਪਤਾ ਹੁੰਦਾ ਕੀ ਹੈ, ਉਸ ਨੂੰ ਅਸੀਂ ਅਨਹੋਣੀ ਜਾਂ ਕਰਾਮਾਤ ਸਮਝ ਲੈਂਦੇ ਹਾਂ। ਇਸ ਸ੍ਰਿਸ਼ਟੀ ਵਿੱਚ ਜੋ ਕੁਝ ਵਾਪਰਦਾ ਹੋਣੀ ਮੁਤਾਬਕ ਵਾਪਰਦਾ। ਜੋ ਅਨਹੋਣੀ ਹੋਏ ਉਹਦੀ ਚਿੰਤਾ ਕਰਨੀ ਚਾਹੀਦੀ ਹੈ। ਚਿੰਤਾ ਨਹੀਂ ਹੁੰਦੀ ਸਾਡੀ, ਅਨਹੋਣੀ ਹੁੰਦੀ ਨਹੀਂ, ਸਾਡੀ ਚਿੰਤਾ ਲੱਥ ਜਾਏਗੀ। ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ। ਅੱਗੇ ਕਹਿੰਦੇ ਨੇ ਜੋ ਉਪਜਿਓ ਸੋ ਬਿਨਸ ਹੈ ਪਰੋ ਆਜ ਕੈ ਕਾਲ। ਹੁਣ ਇਸ ਬਾਰੇ ਗੁਰੂ ਪਾਤਸ਼ਾਹ ਕਹਿੰਦੇ ਨੇ ਇਸ ਸ੍ਰਿਸ਼ਟੀ ਤੇ ਜੋ ਕੁਛ ਹੀ ਪੈਦਾ ਹੋਇਆ ਇਸ ਨੇ ਭਾਵੇਂ ਇੱਕ ਸਕਿੰਟ ਫ੍ਰੈਕਸ਼ਨ ਆਫ ਸੈਕਿੰਡ ਜਾਂ 100 ਈਅਰਸ ਜਾਂ ਮਿਲੀਅਨ ਈਅਰਸ, ਜਦੋਂ ਕਦੇ ਵੀ ਇਹਨੇ ਖਤਮ ਜ਼ਰੂਰ ਹੋਣਾ ਹੈ। ਇਹ ਸਾਇੰਸ ਦਾ ਲਾਅ ਹੈ ਔਰ ਇਸ ਲਾਅ ਨੂੰ ਗੁਰੂ ਪਾਤਸ਼ਾਹ ਬਾਣੀ 'ਚ ਬਿਆਨ ਕਰਦੇ ਨੇ ਜੋ ਉਪਜਿਓ ਸੋ ਬਿਨਸ ਹੈ। ਇਹਨੇ ਖਤਮ ਹੀ ਹੋਣਾ, ਫਿਰ ਤੈਨੂੰ ਕਾਦੀ ਫਿਕਰ। ਭਾਵੇਂ ਸੁਨਾਮੀ ਕਾਰਨ ਡਿੱਗੇ ਕੁਛ ਵੀ, ਭਾਵੇਂ ਭੂਚਾਲ ਕਾਰਨ ਡਿੱਗੇ ਕੁਛ ਵੀ, ਭਾਵੇਂ ਕਿਸੇ ਵੀ ਗਲਤੀ ਦੇ ਕਾਰਨ ਡਿੱਗੇ ਤੇ ਭਾਵੇਂ ਨਿਯਮ ਸਿਸਟਮ ਵਿੱਚ ਡਿੱਗੇ, ਲੇਕਿਨ ਡਿੱਗਣਾ ਜ਼ਰੂਰ ਹੈ। ਤੇ ਤੂੰ ਸੋਚ ਰਿਹਾ ਮੈਂ ਇੱਥੇ ਪਰਮਾਨੈਂਟ ਰਹਿਣਾ ਹੈ, ਇਸ ਗੱਲ ਦੀ ਤੈਨੂੰ ਚਿੰਤਾ ਹੈ। ਪਰ ਕਹਿੰਦੇ ਨੇ ਜੋ ਉਪਜਿਓ ਸੋ ਬਿਨਸ ਹੈ ਪਰੋ ਆਜ ਕੇ ਕਾਲ। ਜੇ ਗੱਲ ਸਮਝ ਆ ਜਾਏ ਤਾਂ ਸਾਡੀ ਚਿੰਤਾ ਦੂਰ ਹੋ ਜਾਏਗੀ। ਤੂੰ ਨਾ ਚਿੰਤਾ ਕਰ, ਤੂੰ ਸਿਰਫ ਰੱਬੀ ਨਿਯਮ ਵਿੱਚ ਭਾਣੇ ਵਿੱਚ ਰਿਹਾ ਕਰ। ਉਹ ਕੂੰਜਾਂ ਨਹੀਂ ਦੂਰੋਂ ਆਉਂਦੀਆਂ ਨੇ, ਉਹਨੂੰ ਗੁਰੂ ਪਾਤਸ਼ਾਹ ਕਾਇਰੇ ਮਨ ਚਿਤ ਉਦਮ ਜਾਂ ਆਰ ਜੀ ਉਪਰਿਆ ਵਿੱਚ ਕਹਿੰਦੇ ਨਾ ਊਡ ਆਵੇ ਸਹਿ ਕੋਸਾਂ ਤਿਸ ਪਾਛੈ ਬਚਰੇ ਛਰਿਆ। ਇੰਨੀ ਦੂਰ ਆ ਜਾਂਦੀਆਂ ਨੇ, ਸੋਚਦੀਆਂ ਨੇ ਮੈਂ ਤੇ ਕੋਲ ਹੈ ਨਹੀਂ ਆ। ਤਿੰਨ ਕਵਣ ਖਿਲਾਵੈ ਕਵਣ ਚੁਗਾਵੈ ਮਨ ਮੈਂ ਸਿਮਰਨ ਕਰਿਆ। ਅੰਦਰੋਂ ਰੱਬ ਜੀ ਨੂੰ ਯਾਦ ਕਰਦੀਆਂ ਨੇ, ਰੱਬੀ ਨਿਯਮ ਵਿੱਚ ਰਹਿੰਦੀਆਂ ਨੇ। ਸਿਮਰਨ ਕਰਿਆ ਦਾ ਮਤਲਬ ਹੋ ਗਿਆ ਰੱਬੀ ਭਾਣੇ ਨਿਯਮ ਵਿੱਚ ਰਹਿੰਦੀਆਂ ਨੇ। ਜੇ ਤੁਹਾਡੇ ਰੱਬੀ ਭਾਣੇ ਨਿਯਮ ਵਿੱਚ ਤੁਸੀਂ ਮੇਰੇ ਬੱਚੇ ਨੂੰ ਠੀਕ ਰੱਖੋਗੇ, ਦਾਣਾ ਖਵਾਓਗੇ, ਓਕੇ। ਉਹ ਠੰਡ ਵਿੱਚ ਮਰ ਜਾਏਗਾ ਭੁੱਖਾ, ਚੰਗਾ। ਮਨ ਮੈਂ ਸਿਮਰਨ ਕਰਿਆ ਮੀਨਸ ਇਸ ਸੱਚ ਨੂੰ ਸਮਝਿਆ। ਰੱਬੀ ਰਜ਼ਾ ਭਾਣੇ ਵਿੱਚ ਰਹਿਣ ਨੂੰ ਕਹਿੰਦੇ ਨੇ। ਉਹ ਕੁੰਜਾਂ ਦੀ ਮੁਖਾਤਿਬ ਕਰਕੇ ਕਹਿੰਦੇ ਨੇ ਮਨ ਮੈਂ ਸਿਮਰਨ ਕਰਿਆ। ਰੱਬ ਨੂੰ ਯਾਦ ਰੱਖਦੀਆਂ ਨੇ ਔਰ ਰੱਬੀ ਰਜ਼ਾ ਵਿੱਚ ਰਹਿੰਦੀਆਂ ਨੇ। ਰੱਬੀ ਰਜ਼ਾ ਨੂੰ ਮੰਨਣਾ ਸਿਮਰਨ ਹੋ ਗਿਆ। ਸਿਰਫ ਇਹ ਨਹੀਂ ਵਾਹਿਗੁਰੂ ਵਾਹਿਗੁਰੂ ਰਾਮ 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 ਅੱਲਾ ਅੱਲਾ ਖੁਦਾ ਖੁਦਾ ਖੁਦਾ, ਇੰਜ ਨਹੀਂ ਉਹ ਕਰਦੀਆਂ। खैर जो उपजियो सो बिनस है परो आज के काल। नानक हर गुण गाए ले छाड़ सगल जंजाल। सारा जंजाल तू छड़ दे। इस जंजाल दे कारण तेरा सारा जीवन बर्बाद हो रहा है। इस जंजाल नू तू पकड़िया होया गां दी रस्सी वांगू, जंजाल ने तैनू नहीं पकड़िया होया। मच्छी नू ये जिहड़ा ताना तणिया होया है, ये जाल जिहड़ा तणिया होया वो समझ नहीं आता। सानू भी ये जाल असी आप ही तणिया होया, साडे वास्ते किसी ने नहीं तणिया होया। असी अपने वास्ते आप ही जाल ताणिया होया है। छूटन की बिद सब कोई जाने, फासन की बिद सब कोई जाने, छूटन की एक कोई। समझ जे आ जाए तो वह इस तो छूट जाता है। बस इस बंधन इस तो छाड़ सगल जंजाल करना है तो तू रब्बी गुण गा लै। नानक हर गुण गाएगा। हुण ये सारे दा सारा सानू इत्थे तक समझ आया कि एक काम कौन करता है। करता अपने आप को कौन समझदा? मनुख। जदों रब नूं करता नहीं समझदा, इनू हंकार आंदा है। जदों अपने हथों कुछ नहीं छोड़ना चाहता, इनू हंकार आंदा है। ये समझदा सब कुछ मैं थिर रख लांगा, थिर कुछ नहीं है, इनू हंकार आंदा है। जदों इसनूं ये नहीं समझ आता कि मैं रब्बी गुण जीने ने, ये अपने हंकार भी समझदा है कि मैं सब कुछ हाँ। तो गुरु पातशाह कहते सुखी बसै मस्कीनिया आप निवार तले, बड़े बड़े हंकारिया नानक गर्भ गले। गर्भ जिन्हां वड्याइयां धन जोबन आगा। उन्होंने गुरु पातशाह कहते ने खाली चले धनी स्यों टिब्बे ज्यों मियाँ। जिवें टिब्बे चुंझां बणियां होंदियां ना पहाड़ी दियां, उन्हां उत्ते बारिश पैंदी है, पानी ठहरदा नहीं, पानी थल्ले वैली विच चला जाता है। वो वैली मिठत नीवी नानका गुण चंगियाइयां तत सारी गेम समझाने की कोशिश की है। इस हंकारी मनुख का प्रतीक गुरु पातशाह ने इसनूं समझाया कि हाथी, तेरी हाथी बिरती। सारे 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 जितने भी 57 श्लोक ने उन्हां चों 52 श्लोक तक गुरु पातशाह ने यह सारा सीन खिंच के मनुख के हंकार उत्ते चोट मारी है। हुण इस तो बाद शुरू होता है दोहरा। थोड़ी जी अज असी बाणी की बनतर बारे समझ लईए ताकि दोहरा सानू क्लीयर हो जाए। नंबर 1 ये सोचिया जाता सी कि दोहरा गुरु ग्रंथ साहिब विच गुरु गोबिंद सिंह जी वालों लिखिया गया।
ये गल फैला दी गई कि गुरु तेग बहादुर साहब जी ने ये नहीं उचारिया, गुरु गोबिंद सिंह जी ने उचारिया, वो डर गए सी या समथिंग समथिंग पता नहीं की कहानियां बनाते हैं, मैनू वो नहीं पूरा पता। लेकिन ये कह दिता जाता है तो उन्होंने बल छुट के बंधन परे कछु ना हो तो पाए, उन्होंने क्या तो दूजे विच गुरु गोबिंद सिंह जी ने जवाब दिता, बल आ बंधन छुटे सब कुछ हो तो पाए, तो चढ़दी कला विच आ गए। हुण ये सवाल उठता है, ये बाणी की बनतर की गल मैं तुहाडे नाल इस करके सांझ कर रहा ताकि तुहानू बाणी की बनतर समझण दा शौक पवे, तो तुहाडा अखंड पाठ करन दा टाइम घट मिले। तुहानू छुड़ा तो मैं सकदा नहीं, आस्ता आस्ता सहजे सहजे समझ समझ के पढ़ोगे, आपे आदत पै जाएगी इस पासे दी। गुरु गोबिंद सिंह पातशाह बारे कहा जाता है कि उन्होंने ये बाणी गुरु ग्रंथ साहिब विच दर्ज की। सवाल उठता है कि जो गुरु नानक पातशाह बाणी लिखते हैं, वो बाणी की बनतर तैयार करते हैं, बाणी का ऐसा तरीका लॉकअप सिस्टम तैयार करते हैं कि ये कोई मिक्स ना कर सके। गुरु नानक पातशाह वाली बाणी अपने हथी दूजे पातशाह नूं दे जाते हैं, विचकार कोई फ्लॉ नहीं है, कोई दूरी नहीं है, कोई गैप नहीं है। गुरु अंगद पातशाह तो अमरदास पातशाह, रामदास पातशाह तो गुरु अर्जन पातशाह तक आता है, वो ग्रंथ तैयार करते हैं। और इस ग्रंथ विच जो गुरु नानक पातशाह दे नाल गुरु अर्जन पातशाह दे अते गुरु रामदास दे गुरु अमरदास पातशाह दे नाल श्लोकां दियां पौड़ियां दा सारे सिरलेख इकट्ठे करते हैं, तो उन्हां सिरलेखां नूं जदों गुरु अर्जन पातशाह लिख जाते हैं तो उन्हां दे विचकार बिल्कुल तरतीबवार सबजैक्ट नूं मिला के 9वें महले की बाणी चढ़ी हुई है। असीं ये क्यों नहीं मान सकते कि गुरु तेग बहादुर साहब आप बाणी चढ़ा के गए सन? जेकर असीं ये मान लईए, मैं मना नहीं रहा जबरदस्ती, मैं इतिहास नहीं बदलना चाहता, पर मैं ये सांझ कर रहा कि जे इंज मान लीए ये गुरमत सिद्धांत कोई भी नहीं टुटता कि गुरु तेग बहादुर साहब आप अपनी बाणी दर्ज कर गए। हुण एक मन्नीए कि गुरु तेग बहादुर साहब ने बाणी आप दर्ज की है, तो दोहरा दे सारे श्लोक गुरु तेग बहादुर साहब दे ने, गुरु गोबिंद सिंह पातशाह दे नहीं है। क्यों? इस दलील नूं समझ के कल असीं इत्थों ही रीकैप करांगे, अज इस दलील नूं थोड़ा जिहा समझते हैं। गुरु अर्जन पातशाह कोल बाणी जिहड़ी पहुँचती है, उस बाणी विच कबीर साहब दे, नामदेव जी दे, त्रिलोचन दे, धन्ना दे, रविदास जी दे सारियां दे शब्द हैं। जिस जिस शब्द दे टपला ना लग जाए उसके अर्थ होर खुल के सामने आने चाहिए ने, उत्थे कबीर साहब के श्लोकों के नाल, फरीद साहब के श्लोकों के नाल, वो सारियां दे नाल शब्दों के नाल मैला पहला दे शब्द नाल लिखे हुए हैं। जिथे गावो गावो दी दुल्हनिया मंगल चार आया, जिथे ताना तपाए तनूर जो आया, उत्थे गुरु पातशाह ने अपने शब्द नाल लिख दिते ने भी इहदा मैना की है, तुसी खोज करके उत्थे पढ़ना। जिथे उत्ते भगतां दी बाणी लिखी हुई है, विचकार लिखा है मैला पहला, उत्थे उस शब्द नूं एम्फसाइज करके खोल के उहदा खुलासा किया गया। जिथे भगतां दी बाणी लिखी है उत्थे लिखा मैला तीजा, फरीद दा चल रहा है और थल्ले नानक लिखा है। अज मैं उहदा सिरलेख पढ़िया तो उहदा सिरलेख सी श्लोक मर्दाना पहला, पता लगा आखिरली लाइन ते नानक लिखा होया है। ਇਹਦਾ मतलब मर्दाना जी की प्रथाएं उच्चारण किया, पर नानक लिखा है, ਇਹਦਾ मतलब श्लोक नानक जी का है, मर्दाना जी का नहीं है। मर्दाना जी की प्रथाएं हैं या मुखातिब किया या सामने बैठे होंगे, कुछ भी कह सकते हैं, पर श्लोक मर्दाना पहला का मतलब हो गया उत्थे 3 श्लोक लिखे ने, 3 श्लोकों के अखीर नानक लिखे। जे मर्दाना जी का होंदा तो मैला पहला ना लिखा होंदा, अते जे मर्दाना जी का होंदा तो आखिरी पंक्ति ते कबीर फरीद रविदास वांगू भट्टां वांगू सारियां दे वांगू नानक पद जिथे उचारे जाते हैं, गुरु मैले पहले दूजे तीजे चौथे अते पंजवें ते 9वें दे उत्थे मर्दाना लिखिया होंदा। उत्थे 3 श्लोक ने, तुसी घर जाके पढ़ना, पन्ना नंबर 553 है, उत्थे नानक लिखिया। ਇਹਦਾ मतलब वो श्लोक नानक जी का, मर्दाना जी का नहीं। हुण गुरु पातशाह ये सारी तरतीब बनाते हैं और इस तरतीब दे विच एक पन्ना तुसी घर जाके आप खोज के पढ़ना और उस उत्थे एक सिरलेख लिखा हुआ है। इस तरह बड़ी जगह तुहानूं गुरु ग्रंथ साहिब की बाणी का लॉकअप सिस्टम मिलेगा भी गुरु साहब की बाणी की तरतीब का ढंग की है, जिहदे बेस ते असीं कह रहे हैं भी यह गुरु गोबिंद सिंह जी का शब्द नहीं है। सिरलेख लिखा राग आसा बाणी भगतां की। हुण आसा राग जदों शुरू होया सी तां सब तो पहला गुरु नानक पातशाह का शब्द सी,
ਉਸ ਤੋਂ ਬਾਅਦ ਜੇ ਆਸਾ ਵਿੱਚ ਅੰਗਦ ਪਾਤਸ਼ਾਹ ਦਾ ਦੂਜੀ ਤੀਜੀ ਚੌਥੀ ਪੰਜਵੀਂ ਅਤੇ ਨੌਵੀਂ ਪਾਤਸ਼ਾਹੀ ਦਾ ਜੇ ਆਸਾ ਰਾਗ ਵਿੱਚ ਸ਼ਬਦ ਹੈ ਤਾਂ ਉਹਨਾਂ ਦੀ ਲੜੀ ਕੰਪਲੀਟ ਹੁੰਦੀ ਹੈ। ਹਰ ਰਾਗ ਵਿੱਚ ਲੜੀ ਕੰਪਲੀਟ ਹੋਣ ਤੋਂ ਬਾਅਦ ਉੱਥੇ ਗਿਣਤੀ ਦਾ ਟੋਟਲ ਪਾਇਆ ਹੁੰਦਾ ਹੈ ਔਰ ਉਸ ਤੋਂ ਬਾਅਦ ਭਗਤਾਂ ਦੀ ਬਾਣੀ ਸ਼ੁਰੂ ਹੁੰਦੀ ਹੈ। ਸੋ ਆਸਾ ਬਾਣੀ ਭਗਤਾਂ ਕੀ, ਆਸਾ ਰਾਗ ਵਿੱਚ ਹੁਣ ਭਗਤਾਂ ਦੀ ਬਾਣੀ ਸ਼ੁਰੂ ਹੋਏਗੀ। ਗੁਰੂ ਪਾਤਸ਼ਾਹ ਸਿਰਲੇਖ ਲਿਖਦੇ ਹਨ। ਉसी ਸਿਰਲੇਖ ਵਿੱਚ ਨਾਂ ਲਿਖਿਆ ਕਬੀਰ ਜੀਓ, ਨਾਮਦੇਵ ਜੀਓ, ਰਵਿਦਾਸ ਜੀਓ, ਫਿਰ ਪੀਰੀਅਡ ਪਾ ਕੇ ਲਿਖਿਆ ਆਸਾ ਕਬੀਰ ਜੀਓ। ਆਸਾ ਰਾਗ ਵਿੱਚ ਭਗਤਾਂ ਦੀ ਬਾਣੀ ਸ਼ੁਰੂ ਹੈ, ਲੇਕਿਨ ਇਹ ਔਨ ਕਮਿੰਗ ਜਿਹੜੀ ਬਾਣੀ ਹੈ, ਇਸ ਬਾਣੀ ਵਿੱਚ ਕਬੀਰ, ਨਾਮਦੇਵ ਅਤੇ ਰਵਿਦਾਸ ਦੀ ਬਾਣੀ ਆ ਰਹੀ ਹੈ। ਇਹ ਪਹਿਲਾਂ ਹੀ ਦੱਸ ਦਿੱਤਾ। ਜੇ ਗੁਰੂ ਪਾਤਸ਼ਾਹ ਪਹਿਲਾਂ ਦੱਸਦੇ ਨੇ ਤਾਂ ਇਸ ਸ਼ਲੋਕ ਮਹਿਲਾ 9ਵਾਂ ਦੇ ਉੱਪਰ ਲਿਖ ਜਾਂਦੇ ਸ਼ਲੋਕ ਮਹਿਲਾ 9ਵਾਂ, ਪਰ ਇੱਕ ਸ਼ਲੋਕ ਗੁਰੂ ਗੋਬਿੰਦ ਸਿੰਘ ਪਾਤਸ਼ਾਹੀ 10ਵੀਂ। ਬਾਣੀ ਦੀ ਬਣਤਰ ਦਾ ਢੰਗ ਹੈ, ਕੋਈ ਮੇਰਾ ਲੌਜਿਕ ਥੋੜੀ ਨਾ। ਦਿਸ ਇਜ਼ ਇਟਸੈਲਫ ਇੰਟਰਨਲ ਲੌਜਿਕ ਆਫ ਗੁਰੂ ਗ੍ਰੰਥ ਸਾਹਿਬ ਬਾਣੀ ਬਣਤਰ, ਕੰਪਾਈਲੇਸ਼ਨ ਆਫ ਗੁਰੂ ਗ੍ਰੰਥ, ਜਿਹੜਾ ਮੈਂ ਬਰਕਲੀ ਯੂਨੀਵਰਸਿਟੀ ਵੀ ਉਹਨਾਂ ਨਾਲ ਅੰਗਰੇਜ਼ਾਂ ਨਾਲ ਡਿਸਕਸ ਕੀਤਾ ਸੀ, ਜਿੱਥੇ ਉਹ ਗੁਰਮਤ ਦੀ ਚੇਅਰ ਲਗਾ ਕੇ ਅੰਗਰੇਜ਼ ਗੋਰੇ ਬਾਣੀ ਦੀ ਖੋਜ ਕਰਨ ਲੱਗੇ ਨੇ। ਉਹਨਾਂ ਨੂੰ ਮੈਂ ਕਿਹਾ ਇੱਕ ਬਾਣੀ ਦੀ ਇੰਟਰਨਲ ਲੌਜਿਕ ਹੈ, ਇਸ ਬਾਣੀ ਦੀ ਬਣਤਰ ਨੂੰ ਇੰਝ ਸਾਨੂੰ ਸਮਝਣਾ ਚਾਹੀਦਾ। ਅੱਗੇ ਇਸੀ ਸਿਰਲੇਖ ਵਿੱਚ ਸ਼ਬਦ ਜਿੱਥੇ ਖਤਮ ਹੋ ਜਾਂਦੇ ਨੇ ਉੱਥੇ ਤੱਕ ਦੇਖਿਆ ਕਿ 4 ਪਦੇ ਦੇ 4-4 ਲਾਈਨਾਂ, 4-4 ਜਿੱਥੇ ਲਿਖਿਆ ਉੱਥੇ ਤੱਕ ਸ਼ਬਦ ਸਨ, ਅਤੇ ਫਿਰ 5-5 ਲਿਖਿਆ ਸ਼ਬਦ ਆਏ ਨੇ ਤਾਂ ਅਚਾਨਕ 4-4 ਵਾਲੇ ਸ਼ਬਦ ਨੇ, ਚੌਪਦੇ ਦੇ ਸ਼ਬਦ ਹੋਣੇ ਚਾਹੀਦੇ ਨੇ, ਪਰ 5 ਵਾਲੇ ਵੀ ਸ਼ਬਦ ਆ ਗਏ ਨੇ। ਗੁਰੂ ਪਾਤਸ਼ਾਹ ਉੱਥੇ ਲਿਖਦੇ ਨੇ ਸ਼ਬਦ ਖਤਮ ਹੁੰਦਾ 5, 9 ਅਤੇ 22 ਲਿਖ ਕੇ ਅੱਗੇ ਪੰਜਾਬੀ ਅੱਖਰਾਂ 'ਚ ਲਿਖਦੇ ਨੇ 22 ਚੌਪਦੇ ਤਥਾ ਪੰਚਪਦੇ, 22 ਚੌਪਦੇ, ਇਹਦੇ ਅੰਦਰ 22 ਚੌਪਦੇ ਅਤੇ ਪੰਚਪਦੇ, ਟੋਟਲ 22 ਸ਼ਬਦ ਨੇ। ਜੇ ਗੁਰੂ ਪਾਤਸ਼ਾਹ ਇਤਨੀ ਨਿੱਕੀ ਨਿੱਕੀ ਗੱਲ ਲਿਖ ਜਾਂਦੇ ਨੇ ਤਾਂ ਮੈਂ ਇਸਦਾ ਅਗਲਾ ਸਿਰਲੇਖ ਪੜ੍ਹ ਕੇ ਹੋਰ ਰਹਿ ਗਿਆ। ਜਦੋਂ ਇੱਕ ਸ਼ਬਦ ਆਉਂਦਾ ਬਿੰਦ ਤੇ ਜਿਨ ਪਿੰਡ ਕੀਆ, ਉਸ ਸ਼ਬਦ ਦਾ 481 ਪੇਜ ਤੇ ਇਹ ਸ਼ਬਦ ਹੈ ਆਸਾ ਕਬੀਰ ਜੀ ਹੋ ਕੇ, ਤੁਸੀਂ ਘਰ ਜਾ ਕੇ ਅੱਜ ਹੀ ਪੜ੍ਹਨਾ। ਉੱਥੇ ਲਿਖਿਆ ਉੱਪਰ ਆਸਾ ਕਬੀਰ ਜੀ ਦਾ ਸ਼ਬਦ ਹੈ। ਹੁਣ ਗੁਰੂ ਪਾਤਸ਼ਾਹ ਇੱਕ ਇੱਕ ਪਲਸ ਗਿਣ ਕੇ ਵੀ ਦੱਸ ਰਹੇ ਨੇ, ਲਿਖਦੇ ਨੇ ਤਿਪਦੇ 8, ਦੁੱਤਕੇ 7, ਇੱਕ ਤੁਕਾ 1। ਜਦੋਂ ਇੱਕ ਤੁੱਕਾ ਦੀ ਵੀ ਗੱਲ ਗੁਰੂ ਪਾਤਸ਼ਾਹ ਲਿਖ ਦਿੰਦੇ ਨੇ ਵੀ ਇੱਥੇ ਇੱਕ ਤੁੱਕ ਵਾਲਾ ਇੱਕ ਸ਼ਬਦ ਆਏਗਾ, ਦੁੱਤਕੇ ਦੇ 7 ਆਣਗੇ, ਤਿਪਦੇ ਦੇ 8 ਆਣਗੇ, ਤਾਂ ਉੱਥੇ ਅਖੀਰ ਵਿੱਚ ਗਿਣਤੀ ਵੀ ਹੋਈ ਪਾਈ ਹੁੰਦੀ ਹੈ। ਜੇ ਗੁਰੂ ਪਾਤਸ਼ਾਹ ਇੰਨੀ ਟਾਈਨੀ ਗੱਲ ਲਿਖ ਜਾਂਦੇ ਨੇ ਤਾਂ ਗੁਰੂ ਪਾਤਸ਼ਾਹ ਪਾਤਸ਼ਾਹੀ 10ਵੀਂ ਦੀ 2 ਤੁੱਕਾਂ ਲਿਖ ਜਾਂਦੇ। ਸਿਰਲੇਖ ਦੀ ਬਾਣੀ ਦੀ ਬਣਤਰ ਦਾ ਢੰਗ, ਅਸੀਂ ਜਿਹੜੀਆਂ ਗੱਲਾਂ ਐਕਸੈਪਟ ਕਰਨੀਆਂ ਸਬਜੈਕਟ ਟੂ ਗੁਰੂ ਗ੍ਰੰਥ ਸਾਹਿਬ, ਲੌਜਿਕ, ਗ੍ਰਾਮਰ, ਸਿਧਾਂਤ ਅਤੇ ਬਾਣੀ ਦੀ ਬਣਤਰ ਦਾ ਜੋ ਵੀ ਢੰਗ ਹੈ। ਅੱਗੇ ਇੱਕ ਸ਼ਬਦ ਪਾਤੀ ਤੋਰੇ ਮਾਲਨੀ ਪਾਤੀ ਪਾਤੀ ਜੀਓ ਅਸੀਂ ਪੜ੍ਹਦੇ ਹਾਂ, ਆਸਾ ਕਬੀਰ ਜੀਓ ਕੇ 5 ਪਦੇ 9, ਦੁੱਤਕੇ 5, ਤੇ ਮੈਂ ਹੈਰਾਨ ਰਹਿ ਗਿਆ ਕਿ ਇੱਥੇ ਵਿੱਚ 5 ਪਦੇ ਦੇ 9 ਸ਼ਬਦ ਨੇ ਤੇ ਦੁੱਤਕੇ ਦੇ 5 ਸ਼ਬਦ ਨੇ। ਜੇ ਗੁਰੂ ਪਾਤਸ਼ਾਹ ਇਹ ਸਭ ਕੁਝ ਲਿਖਦੇ ਨੇ ਤਾਂ ਅਸੀਂ ਬਾਣੀ ਨੂੰ ਖੋਜ ਕਰਨ ਵੇਲੇ ਇੰਝ ਵੀ ਪੜ੍ਹਦੇ ਹਾਂ, ਐਸੀ ਲਾਲ ਤੁਝਬਿਨ ਕੌਣ ਕਰੇ, ਪਤਾ ਲੱਗਾ ਸ਼ਬਦ ਰਵਿਦਾਸ ਜੀ ਦਾ ਹੈ, ਪਰ ਵਿਚਕਾਰ ਆ ਰਿਹਾ ਨਾਮਦੇਵ, ਕਬੀਰ ਤ੍ਰਿਲੋਚਨ, ਸਦਨਾ ਸੈਨ ਤਰੇ। ਇਹਦਾ ਮਤਲਬ ਜਦੋਂ ਰਵਿਦਾਸ ਜੀ ਇਹ ਸ਼ਬਦ ਉਚਾਰ ਰਹੇ ਨੇ ਤਾਂ ਉਸ ਤੋਂ ਪਹਿਲਾਂ ਕਬੀਰ, ਨਾਮਦੇਵ, ਤ੍ਰਿਲੋਚਨ, ਸਦਨਾ ਇਹ ਹੈ ਸਨ। ਇਹਨਾਂ ਦੀ ਬਾਣੀ ਲਿਖਤੀ ਰੂਪ ਵਿੱਚ ਪ੍ਰੈਜ਼ੈਂਟ ਸੀ। ਦੈਟਸ ਵਾਈ ਹੀ ਕੁਡ ਕੋਟ। ਇਸ ਤਰੀਕੇ ਦੇ ਨਾਲ ਸਾਨੂੰ ਗੱਲਾਂ ਨੂੰ ਸਮਝਣਾ ਹੈ। ਹੁਣ ਇਹ ਸਾਰੀ ਬਾਣੀ ਦੀ ਬਣਤਰ ਦਾ ਢੰਗ ਨਿਕਲਿਆ, ਜਿਹੜਾ ਗੁਰ ਮਹਿਲਾ ਯੂਜ਼ ਕੀਤਾ ਜਾਂਦਾ ਹੈ ਅਖੀਰ ਤੇ ਨਾਨਕ ਪਦ ਵਰਤਿਆ ਜਾਂਦਾ ਹੈ। ਇੱਥੇ ਮਹਿਲਾ 10ਵਾਂ ਕੋਈ ਨਹੀਂ ਲਿਖਿਆ ਹੋਇਆ, ਇੱਥੇ ਸ਼ਲੋਕ ਦਾ ਸਿਰਲੇਖ ਹੈ ਮਹਿਲਾ 9ਵਾਂ, ਔਰ ਇਹ ਸਾਰੇ ਦੇ ਸਾਰੇ ਸ਼ਲੋਕ ਮਹਿਲਾ 9ਵਾਂ ਦੇ ਨੇ। ਲੜੀਵਾਰ ਕੰਟੀਨਿਊਸ਼ਨ ਹੀ ਚੱਲ ਰਹੀ ਹੈ, ਇਸ ਕਰਕੇ 57 ਉਹਦੀ ਕੰਟੀਨਿਊਸ਼ਨ ਆਈ ਹੈ, ਨਹੀਂ ਤੇ 52 ਤੋਂ ਬਾਅਦ ਇਹਦੀ ਕੰਟੀਨਿਊਸ਼ਨ ਵਿੱਚ ਕੁਝ ਹੋਰ ਵੀ ਲਿਖਿਆ ਹੁੰਦਾ, ਲੇਕਿਨ ਆਖਿਰ ਵਿੱਚ ਇੱਕ ਲਿਖ ਦਿੱਤਾ ਹੈ। ਦੈਟ ਸ਼ੋਜ਼ ਕਿ ਇਹ ਦੋਹਰਾ ਇੱਕ ਹੈ। ਟੋਟਲ ਐਸਾ ਦੋਹਰਾ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਹੈ। ਇਹ ਸਾਰਾ ਪਾਇਆ ਗਿਆ। ਇਹ ਬਾਣੀ ਦੀ ਬਣਤਰ ਅਤੇ ਇਸ ਗੱਲ ਦੇ ਇਸ ਲੌਜਿਕ ਦੇ ਨਾਲ ਅਸੀਂ ਕੱਲ੍ਹ ਇੱਥੋਂ ਸਮਝਾਂਗੇ ਬਲ ਛੁਟਕਿਓ ਬੰਧਨ ਪਰੈ ਕਛੂ ਨਾ ਹੋਤ ਉਪਾਏ ਕੀ ਹੁੰਦਾ ਹੈ, ਬਲ ਕੀ ਹੁੰਦਾ ਹੈ, ਬੰਧਨ ਕੀ ਹੁੰਦੇ ਨੇ। ਇਹ ਸਾਰੀਆਂ ਗੱਲਾਂ ਨੂੰ ਅਸੀਂ ਕੱਲ੍ਹ ਢੰਗ ਦੇ ਨਾਲ ਸਮਝਾਂਗੇ, ਕਿਉਂਕਿ ਅੱਜ ਅਸੀਂ ਪਿਛਲਾ ਰੀਕੈਪ ਵੀ ਕਰ ਲਿਆ, ਹੰਕਾਰ ਬਾਰੇ ਵੀ ਸਮਝ ਲਿਆ। ਹੰਕਾਰ ਦੇ ਕਾਰਨ ਮਨੁੱਖ ਨੂੰ ਬੰਧਨ ਪਏ ਰਹਿੰਦੇ ਨੇ, ਔਰ ਹੰਕਾਰ ਦੀ ਕਾਰਨ ਮਨੁੱਖ ਦਾ ਸਭ ਤੋਂ ਵੱਡਾ ਦੁੱਖ ਹੈ। ਹੰਕਾਰ ਦਾ ਹੀ ਕੰਡਾ ਨੂੰ ਚੁੱਭਦਾ ਹੈ। ਹੰਕਾਰ ਦੁੱਖ ਦਾ ਦੂਰ ਹੋ ਜਾਏ ਤਾਂ ਸਾਰੇ ਬਰਾਤੀਆਂ ਕੋਲੋਂ ਇਸ ਦੀ ਬੜੇ ਆਰਾਮ ਦੇ ਨਾਲ ਮੁਕਤੀ ਹੋ ਸਕਦੀ ਹੈ। ਜੀਂਦੇ ਜੀ ਗਤ ਹੋਣਾ, ਜੀਤੇ ਜੀ ਮੁਕਤ ਅਵਸਥਾ ਪ੍ਰਾਪਤ ਕਰਨਾ, ਸ਼ਲੋਕ ਮਹਿਲਾ 9ਵਾਂ ਦਾ ਸਾਰੀ ਜਿਸਟ ਹੈ। ਉਸ ਨੂੰ ਕੱਲ੍ਹ ਅਸੀਂ ਸਮਝਾਂਗੇ।